ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਲਗਾਤਾਰ ਅਸੀਂ ਤੁਹਾਡੇ ਨਾਲ ਵੱਖ-ਵੱਖ ਟੌਪਿਕਸ, ਕਰੰਟ ਇਵੈਂਟਸ, ਬ੍ਰੇਕਿੰਗ ਨਿਊਜ਼ ਡਿਸਕਸ ਕਰਦੇ ਹਾਂ। ਜਦੋਂ ਵੀ ਲਾਈਵ ਜੁੜਨ ਦਾ ਮੌਕਾ ਮਿਲਦਾ ਹੈ ਸਾਨੂੰ ਬਹੁਤ ਹੀ ਚੰਗਾ ਲੱਗਦਾ ਜਦੋਂ ਤੁਸੀਂ ਵੀ ਕਾਲ ਕਰਕੇ ਆਪਦੇ ਵਿਚਾਰ, ਆਪਦੇ ਕੁਐਸਚਨਸ ਸਾਡੇ ਨਾਲ, ਸਾਡੇ ਸਾਰੇ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੋ। ਸੋ ਅੱਜ ਲਾਈਵ ਪ੍ਰੋਗਰਾਮ ਲੈ ਕੇ ਆਏ, ਬਟ ਅੱਜ ਮੈਂ ਕੋਈ ਕਰੰਟ ਇਵੈਂਟਸ ਜਾਂ ਬ੍ਰੇਕਿੰਗ ਨਿਊਜ਼ ਬਾਰੇ ਨਹੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ। ਅੱਜ ਇੱਕ ਬਹੁਤ ਹੀ ਇੰਪੋਰਟੈਂਟ, ਇਤਿਹਾਸਿਕ, ਇੱਕ ਅਹਿਮੀਅਤ ਵਾਲਾ ਦਿਨ ਹੈਗਾ, ਨਾ ਕਿ ਸਿਰਫ ਸਿੱਖਾਂ ਲਈ, ਪੰਜਾਬੀਆਂ ਲਈ, ਬਟ ਮੈਂ ਕਹਾਂਗੀ ਉਨ ਸਾਰਿਆਂ ਲਈ ਜੋ ਆਪਣੇ ਆਪ ਨੂੰ ਇੱਕ ਇੰਡੀਅਨ ਗਿਣਦੇ ਹੈ, ਕਿ ਜੋ ਇੰਡੀਆ ਦੀ ਆਈਡੈਂਟਿਟੀ ਹੈਗੀ, ਭਾਵੇਂ ਤੁਸੀਂ ਉਹਨੂੰ ਇੰਡੀਆ ਕਹਿ ਲਓ, ਭਾਰਤ ਕਹਿ ਲਓ, ਹਿੰਦੁਸਤਾਨ ਕਹਿ ਲਓ, ਜੋ ਵੀ ਲਫ਼ਜ਼ ਤੁਸੀਂ ਵਰਤਦੇ ਹੋ, ਪੋਸਟ 1947 ਜੋ ਇਹ ਪਹਿਚਾਨ ਹੈਗੀ ਇਸ ਮੁਲਕ ਦੀ, ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ 'ਤੇ, ਇਸ ਇੰਡੀਪੈਂਡੈਂਸ ਦਾ ਜੋ ਤੁਸੀਂ ਕਹਿ ਲਓ ਕ੍ਰੈਡਿਟ ਹੈਗਾ, ਉਹ ਵੱਖ-ਵੱਖ ਲੋਕਾਂ ਨੂੰ ਜਾਂਦਾ ਹੈ। ਬਟ ਅੱਜ ਅਸੀਂ 3 ਇਹੋ ਜਿਹੇ ਫਰੀडम ਫਾਈਟਰਸ ਨੂੰ ਯਾਦ ਕਰਦੇ ਹਾਂ ਜੋ ਕਿ ਇਸ ਆਜ਼ਾਦੀ ਦੇ ਤੁਸੀਂ ਕਹਿ ਲਓ ਆਜ਼ਾਦ ਆਈਡੈਂਟਿਟੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ, ਇਸ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ। ਮੈਂ ਗੱਲ ਕਰ ਰਹੀ ਹਾਂ ਉਨ 3 ਸ਼ਹੀਦਾਂ ਦੀ ਜਿਨ੍ਹਾਂ ਦੀ ਅੱਜ ਸ਼ਹੀਦੀ ਗਿਣੀ ਗਈ ਸੀ ਮਾਰਚ 23, ਜਿਹਨੂੰ ਅਸੀਂ ਯਾਦ ਕਰਦੇ ਹਾਂ ਐਜ਼ ਮਾਰਟਰਸ ਡੇ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਫਾਂਸੀ 'ਤੇ ਚੜ੍ਹਾਇਆ ਗਿਆ ਸੀ। ਕਿਉਂ ਫਾਂਸੀ ਉਹਨਾਂ ਨੂੰ ਦਿੱਤੀ ਗਈ ਸੀ? ਬਿਕੋਜ਼ ਉਹਨਾਂ ਨੇ ਇੱਕ ਇਹੋ ਜਿਹੀ ਹਕੂਮਤ ਖਿਲਾਫ ਆਪ ਦੀ ਆਵਾਜ਼ ਚੁੱਕੀ ਜੋ ਹਕੂਮਤ ਸੁਣਨਾ ਨਹੀਂ ਚਾਹੁੰਦੀ ਸੀ। ਇਹੋ ਜਿਹੇ ਨੌਜਵਾਨਾਂ ਤੋਂ ਜੋ ਹਕੂਮਤ ਇਹ ਚੀਜ਼ ਮੰਨਣਾ ਨਹੀਂ ਚਾਹੁੰਦੀ ਸੀ ਕਿ ਜਿੱਥੇ ਉਹ ਰਾਜ ਕਰ ਰਹੇ ਸੀ ਉਹ ਉਹਨਾਂ ਦੀ ਨਹੀਂ ਜਗ੍ਹਾ ਸੀ। ਆਫ ਕੋਰਸ ਬ੍ਰਿਟਿਸ਼ ਰਾਜ ਦੀ ਜਦੋਂ ਗੱਲ ਆਉਂਦੀ ਹੈ, ਬਹੁਤ ਸਾਰੇ ਐਕਟਰਸ, ਪਲੇਅਰਸ ਤੁਸੀਂ ਕਹਿ ਲਓ ਕਿਰਦਾਰ ਸੀਗੇ ਜਿਨ੍ਹਾਂ ਦੇ ਕਰਕੇ ਇਹ ਰਾਜ ਖਤਮ ਹੋਇਆ ਅਤੇ ਬ੍ਰਿਟਿਸ਼ ਇਵੈਂਚੁਅਲੀ ਇੰਡੀਆ ਦੀ ਪਾਰਟੀਸ਼ਨ ਕਰਕੇ ਨਿਕਲ ਗਏ। ਬਟ ਅੱਜ ਅਸੀਂ ਉਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕਿੰਨੀ ਛੋਟੀ ਉਮਰ ਦੇ ਵਿੱਚ, 22-23 ਸਾਲਾਂ ਦੀ ਉਮਰ ਦੇ ਵਿੱਚ ਕਿੰਨਾ ਵੱਡਾ ਇੱਕ ਇੰਪ੍ਰੈਸ਼ਨ ਛੱਡਿਆ, ਨਾ ਕਿ ਉਸ ਟਾਈਮ ਪੂਰੀ ਪੋਪੂਲੇਸ਼ਨ 'ਤੇ ਜੋ ਐਨਰਜਾਈਜ਼ ਹੋਈ ਇਸ ਸ਼ਹੀਦੀ ਦੇ ਨਾਲ, ਉਹਨਾਂ ਦੇ ਲਫ਼ਜ਼ਾਂ ਦੇ ਨਾਲ, ਉਹਨਾਂ ਦੇ ਐਕਸ਼ਨਸ ਦੇ ਨਾਲ, ਕਿ ਪੂਰੀ ਫਰੀडम ਮੂਵਮੈਂਟ ਸ਼ੁਰੂ ਹੋਈ, ਜਾਰੀ ਹੋਈ ਅਤੇ ਅੱਗੇ ਜਾ ਕੇ ਇਵੈਂਚੁਅਲੀ ਇੰਡੀਆ ਆਜ਼ਾਦ ਹੋਇਆ। ਬਟ ਜਦੋਂ ਅਸੀਂ ਅੱਜ ਯਾਦ ਕਰਦੇ ਹਾਂ ਨੌਜਵਾਨਾਂ ਨੂੰ, ਇੱਕ ਪਾਸੇ ਤਾਂ ਦਿਲ ਬਹੁਤ ਖੁਸ਼ ਹੁੰਦਾ ਹੈ, ਖਾਸ ਕਰਕੇ ਨਵੀਂ ਪੀੜ੍ਹੀ ਦੇ ਵਿੱਚ ਉਹ ਜਜ਼ਬਾ ਵੇਖ ਕੇ ਕਿ ਉਹਨਾਂ ਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਕੌਣ ਸੀ, ਕਿਉਂ ਉਹਨਾਂ ਦੀ ਸ਼ਹੀਦੀ ਅੱਜ ਅਸੀਂ ਗਿਣਦੇ ਹਾਂ। ਉਹਨਾਂ ਦੀ ਪਿਕਚਰਾਂ ਉਹ ਰੈਕਗਨਾਈਜ਼ ਕਰਦੇ ਹੈ, ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੈ। ਇੱਕ ਪਾਸੇ ਬਹੁਤ ਚੰਗਾ ਲੱਗਦਾ ਹੈ ਵੇਖ ਕੇ ਕਿ ਉਹਨਾਂ ਦੀ ਯਾਦ ਹਾਲੇ ਵੀ ਕਾਇਮ ਹੈ, ਹਾਲੇ ਵੀ ਮਜ਼ਬੂਤ ਹੈ ਉਹਨਾਂ ਦੀ ਉਹ ਲੈਗੇਸੀ ਜਿਹਦੇ ਕਰਕੇ ਉਹ ਕੁਰਬਾਨੀ ਦੇ ਗਏ। ਬਟ ਦੂਜੇ ਬੰਨਿਓ ਇਹ ਵੀ ਸਵਾਲ ਉੱਠਦਾ ਹੈ ਕਿ ਇਸ ਲੈਗੇਸੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ, ਲਫ਼ਜ਼ਾਂ ਦੇ ਇਲਾਵਾ ਐਕਸ਼ਨ ਅੱਜ ਦੀ ਡੇਟ ਦੇ ਵਿੱਚ ਕੀ ਇੰਸਪਾਇਰ ਹੁੰਦਾ ਹੈ ਇਨ ਸ਼ਹੀਦਾਂ ਨੂੰ ਯਾਦ ਕਰਕੇ? ਕਿ ਜੋ ਐਕਸ਼ਨ ਇੰਸਪਾਇਰ ਹੋਣਾ ਚਾਹੀਦਾ ਹੈ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਆਫ ਕੋਰਸ ਇੱਕ ਬਹੁਤ ਵੱਡਾ ਐਗਜ਼ਾਮਪਲ ਕਿਸਾਨ ਮੋਰਚੇ 'ਚ ਰਹਿ ਚੁੱਕਿਆ ਹੈ, ਜਿੱਥੇ ਕਿੰਨਿਆਂ ਨੇ ਆਪ ਦੀ ਆਪਣੀ ਸ਼ਹੀਦੀਆਂ ਦਿੱਤੀਆਂ ਉਸ ਕੌਜ਼ ਲਈ ਜੋ ਕਿ ਸਾਰਿਆਂ ਦਾ ਸਾਂਝਾ ਸੀਗਾ। ਅਗਰ ਕਿਸਾਨ ਮੋਰਚੇ 'ਚ ਤੁਸੀਂ
ਜਾ ਕੇ ਵੇਖਦੇ, ਮੈਂ ਆਪ ਵੇਖਿਆ ਹੈ, ਹਰ ਟਰਾਲੀ ਤੇ, ਹਰ ਟੈਂਟ ਤੇ ਸ਼ਹੀਦ ਭਗਤ ਸਿੰਘ ਦੀ ਪਿਕਚਰਾਂ, ਹੋਰ ਫਰੀडम ਫਾਈਟਰਸ ਦੀ ਪਿਕਚਰਾਂ, ਇਹੋ ਜਿਹੇ ਇਨਸਾਨਾਂ ਦੀ ਪਿਕਚਰਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਤੋਂ ਅਸੀਂ ਹੌਸਲਾ ਆਪਣਾ ਬੁਲੰਦ ਹੋਰ ਕਰਦੇ ਆ। ਬਟ ਪਿਕਚਰਾਂ ਤੋਂ ਇਲਾਵਾ ਐਕਸ਼ਨ ਕੀ ਅੱਜ ਅਸੀਂ ਵੇਖ ਰਹੇ ਹਾਂ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ। ਸਾਡੀ ਤਾਂ ਗੱਲ NRIs ਦੇ ਨਾਲ, ਤੁਹਾਡੇ ਨਾਲ ਜ਼ਿਆਦਾ ਡਾਇਰੈਕਟਲੀ ਹੁੰਦੀ ਹੈ। ਸੋ ਕਿਸਾਨ ਮੋਰਚਾ ਤਾਂ ਚਲੋ ਇੰਡੀਆ ਦੇ ਵਿੱਚ ਤੁਸੀਂ ਕਹਿ ਲਓ ਇੱਕ ਮਜਬੂਰੀ ਤੋਂ ਵੀ ਪੈਦਾ ਹੋਇਆ ਕਿ ਅਗਰ ਅਸੀਂ ਇਹ ਲੜਾਈ ਨਹੀਂ ਲੜੀ ਤਾਂ ਸਾਡਾ ਕੁਛ ਨਹੀਂ ਬਣਨਾ। ਬਟ ਜੋ ਇੱਥੇ ਦੇ ਮੁਲਕਾਂ ਦੇ ਵਿੱਚ ਬੈਠੇ ਹੋਏ ਆ NRIs, ਉਹ ਜਦੋਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੈ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਇੰਸਪਾਇਰ ਹੁੰਦਾ ਹੈ, ਅੱਜ ਮੈਂ ਇਹਦੀ ਗੱਲ ਕਰਨਾ ਚਾਹੁੰਦੀ ਹਾਂ। ਇਹਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸਾ ਲਵੋ, ਬਿਕੋਜ਼ ਇਹ ਜੋ ਸ਼ਹੀਦੀਆਂ ਸੀਗੀਆਂ, ਇਹਨਾਂ ਦਾ ਇੰਪੈਕਟ ਸਾਡੀ ਸਾਰਿਆਂ ਦੀ ਜ਼ਿੰਦਗੀ 'ਤੇ ਹਲੇ ਵੀ ਬਿਲਕੁਲ ਕਾਇਮ ਹੈ। ਬਟ ਕਦੀ ਕਵਾਰ ਉਸ ਇੰਪੈਕਟ ਦੇ ਬਾਰੇ ਸੋਚ ਪਾਉਣੀ ਪੈਂਦੀ, ਯਾਦ ਕਰਨਾ ਪੈਂਦਾ ਕਿ ਉਹ ਇੰਪੈਕਟ ਕਿੰਨਾ ਕੁ ਗਹਿਰਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਉਸ ਇੰਪੈਕਟ ਨੂੰ ਸਿਰਫ ਲਫ਼ਜ਼ਾਂ ਤੋਂ ਜਾਂ ਪਿਕਚਰਾਂ ਤੋਂ ਐਕਸ਼ਨ ਦੇ ਵਿੱਚ ਬਦਲਣ ਲਈ। ਸੋ ਇਹਦੇ ਬਾਰੇ ਗੱਲ ਕਰਾਂਗੇ, ਸ਼ਹੀਦਾਂ ਨੂੰ ਯਾਦ ਕਰਾਂਗੇ। ਅੱਜ ਮਾਰਟਰਸ ਡੇ ਮਨਾ ਰਹੇ ਹਾਂ। ਲਾਈਵ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ, ਸਾਡੇ ਨਾਲ ਕੁਝ ਗੈਸਟ ਵੀ ਜੁੜਨਗੇ। ਤੁਸੀਂ ਵੀ ਜ਼ਰੂਰ ਕਾਲ ਕਰਕੇ ਜੁੜ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਇੱਕ ਵਾਰੀ ਫਿਰ ਲਾਈਵ ਹਾਜ਼ਰ ਹੋਏ ਹਾਂ, ਸੋ ਜ਼ਰੂਰ ਤੁਹਾਡੇ ਤੋਂ ਮੈਂ ਸੁਣਨਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਕਨਵਰਸੇਸ਼ਨ ਇਸੇ ਤਰ੍ਹਾਂ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ। ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ ਅਤੇ ਅੱਜ ਅਸੀਂ ਉਹ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਹਦੇ ਕਰਕੇ ਅੱਜ ਇੰਡੀਆ ਇੱਕ ਆਜ਼ਾਦ ਮੁਲਕ ਹੈਗਾ। ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਜਿਨ੍ਹਾਂ ਨੂੰ ਅੱਜ ਫਾਂਸੀ 'ਤੇ ਚੜ੍ਹਾਇਆ ਗਿਆ ਸੀ। ਉਹਨਾਂ ਦੀ ਤੁਸੀਂ ਕਹਿ ਲਓ ਇਨਕਲਾਬੀ ਸੋਚ, ਇਨਕਲਾਬੀ ਐਕਸ਼ਨਸ ਕਰਕੇ। ਬਟ ਤੁਸੀਂ ਇੱਕ ਇਨਸਾਨ ਨੂੰ ਤਾਂ ਮਾਰ ਸਕਦੇ ਹੋ, ਉਹਦੀ ਸੋਚ ਨੂੰ ਨਹੀਂ ਮਾਰ ਸਕਦੇ। ਐਂਡ ਇਹ ਆਈਡੀਅਲਸ, ਉਹ ਲੈਗੇਸੀ ਸ਼ਹੀਦ ਭਗਤ ਸਿੰਘ ਦੀ ਜੋ ਸੀਗੀ, ਉਹ ਹਲੇ ਵੀ ਜਿੰਦੀ ਹੈ ਉਹਨਾਂ ਦੇ ਵਿੱਚ, ਉਨ ਸਾਰਿਆਂ ਦੇ ਵਿੱਚ ਜੋ ਇਨਕਲਾਬ ਜ਼ਿੰਦਾਬਾਦ, ਜੋ ਉਸ ਸੋਚ ਨੂੰ ਅੱਜ ਵੀ ਕਾਇਮ ਰੱਖ ਰਹੇ ਹੈ। ਬਟ ਸੋਚ ਅਤੇ ਲਫ਼ਜ਼ਾਂ ਦੇ ਇਲਾਵਾ ਉਸ ਲੈਗੇਸੀ ਨੂੰ ਐਕਸ਼ਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਦਲ ਸਕਦੇ ਹਾਂ, ਕਿੱਥੇ ਸਾਨੂੰ ਇਹ ਵੇਖਣ ਨੂੰ ਮਿਲ ਰਿਹਾ ਅਤੇ ਕਿੱਥੇ ਹਲੇ ਹੋਰ ਮਿਹਨਤ ਦੀ ਲੋੜ ਹੈਗੀ। ਸੋ ਇਨ ਸਾਰੀ ਚੀਜ਼ਾਂ 'ਤੇ ਅੱਜ ਇਸ ਸ਼ਹੀਦੀ ਦਿਹਾੜੇ 'ਤੇ ਅਸੀਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੇ। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਰੱਖ ਸਕਦੇ ਹੋ। ਬਟ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪ੍ਰੋਗਰਾਮ ਦੇ ਵਿੱਚ ਹੁਣ ਸਵਾਗਤ ਕਰਦੇ ਹੋਏ ਇੱਕ ਇਹੋ ਜਿਹੇ ਮੈਂ ਕਹਾਂਗੀ ਸਿੱਖ ਹਿਸਟੋਰੀਅਨ, ਜੋ ਭਾਵੇਂ ਆਪਣੇ ਆਪ ਨੂੰ ਸਿੱਖ ਹਿਸਟੋਰੀਅਨ ਨਹੀਂ ਕਹਿੰਦੇ, ਬਟ ਜੋ ਸਿੱਖ ਇਤਿਹਾਸ ਬਾਰੇ ਇੰਨੀ ਡੂੰਘੀ ਨੌਲੇਜ ਰੱਖਦੇ ਆ। ਜਦੋਂ ਵੀ ਉਹ ਸਾਡੇ ਨਾਲ ਜੁੜਦੇ ਆ ਸਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੈਲੀਫੋਰਨੀਆ ਤੋਂ ਸਾਨੂੰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਰਹੇ ਡਾਕਟਰ ਸੁਖਮੰਦਰ ਸਿੰਘ ਜੀ। ਡਾਕਟਰ ਸਾਹਿਬ, ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਡਾਕਟਰ ਸੁਖਮੰਦਰ ਸਿੰਘ ਜੀ, ਤੁਸੀਂ ਭਾਵੇਂ ਹਾਰਡ ਸਾਇੰਸਿਸ ਦੇ ਵਿੱਚ, ਇੰਜੀਨੀਅਰਿੰਗ ਦੀ ਫੀਲਡ ਦੇ ਵਿੱਚ ਐਸੋਸੀਏਟ ਡੀਨ ਹੋ ਕਰੰਟਲੀ ਐਟ ਦ ਸੈਂਟਾ ਕਲਾਰਾ ਯੂਨੀਵਰਸਿਟੀ ਇਨ ਕੈਲੀਫੋਰਨੀਆ ਫॉर ਦ ਸਕੂਲ ਆਫ ਇੰਜੀਨੀਅਰਿੰਗ। ਬਟ ਜੋ ਤੁਹਾਡਾ ਇੱਕ ਦੂਜਾ ਪਿਆਰ ਹੈਗਾ ਉਹ ਸਾਇੰਸ ਤੋਂ ਹਟ ਕੇ ਇਤਿਹਾਸ ਦੇ ਨਾਲ ਹੈ, ਖਾਸ ਕਰਕੇ ਸਿੱਖ ਇਤਿਹਾਸ, ਪੰਜਾਬ ਦੇ ਇਤਿਹਾਸ ਦੇ ਨਾਲ। ਅਤੇ ਉਸ ਸਟੋਰੀ ਦੇ ਵਿੱਚ, ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਸ਼ਹੀਦ ਭਗਤ ਸਿੰਘ ਨੇ। ਸਭ ਤੋਂ ਪਹਿਲੇ ਡਾਕਟਰ ਸੁਖਮੰਦਰ ਸਿੰਘ ਜੀ, ਅੱਜ ਜਦੋਂ ਅਸੀਂ ਮਾਰਟਰਸ ਡੇ ਮਨਾ ਰਹੇ ਹਾਂ, ਮਾਰਚ 23, ਇਸ ਦਿਨ ਨੂੰ ਕਿਉਂ ਮਨਾਇਆ ਜਾਂਦਾ? ਇਹ ਸਿਰਫ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਇੱਕ ਦਿਨ ਨਹੀਂ ਹੈਗਾ, ਇੰਡੀਆ ਦੇ ਵਿੱਚ ਇਸ ਦਿਵਸ ਨੂੰ ਯਾਦ ਕੀਤਾ ਜਾਂਦਾ ਹੈ। ਕਿਉਂ ਅਸੀਂ ਮਾਰਟਰਸ ਡੇ ਮਨਾਉਂਦੇ ਹਾਂ? ਬੇਟੇ ਜੀ ਦੇਖੋ, ਚਾਹੀਦਾ ਤਾਂ ਸੀ ਇਸ ਤਰੀਕੇ ਨਾਲ ਮਨਾਉਣਾ ਜੀ। ਹਾਂਜੀ ਬੇਟੇ ਜੀ, ਚਾਹੀਦਾ ਤਾਂ ਸੀ ਅਸੀਂ ਮਨਾਉਂਦੇ ਕੁਝ ਹੋਰ ਢੰਗ ਨਾਲ, ਜ਼ਿਆਦਾ ਹੂਪਲਾ,
ਤੇ ਬਹੁਤ ਦਿਖਾਵੇ ਚ ਜਾਂਦੇ ਹੈ। ਅਸਲੀਅਤ ਗੱਲ ਹੈ ਵੀ ਇਹ ਭਗਤ ਸਿੰਘ ਦੀ ਜਿਹੜੀ ਇੰਟਰਨਲ ਅੰਦਰ ਸੋਰਸ ਸੀ ਉਹ ਮੈਸੇਜ ਕੀ ਸੀ, ਉਹ ਇਸ ਹੂਫਲਾ ਦੇ ਵਿੱਚ ਲੁਕਿਆ। ਮੈਂ ਆਪਣੀ ਬੇਨਤੀ ਦੱਸਣਾ ਚਾਹੁੰਦਾ ਕਿ ਇਹ ਸਿਰਫ 12 ਸਾਲ ਦਾ ਸੀ। 1907 ਚ ਬਾਰਨ ਹੋਇਆ ਸੀ, 1919 ਚ ਜਲਿਆਂਵਾਲਾ ਬਾਗ ਹੋਇਆ, ਉਹ ਸਿਰਫ 12 ਸਾਲ ਦਾ ਸੀ। ਉਹਨੇ ਉਹ ਦੇਖਿਆ, ਉਸ ਨਾਲ ਇਹਦੇ ਅੰਦਰ ਇੱਕ ਬੜੀ ਤਕੜੀ ਸੱਟ ਵੱਜੀ। ਜਦੋਂ 15-16 ਸਾਲ ਹੋਇਆ, ਮਾਂ ਬਾਪ ਨੇ ਕਿਹਾ ਵੀ ਡੇਅਰੀ ਫਾਰਮਾ ਕਰੀ ਤੇ ਵੈਜ ਕਰਾਂਗੇ। ਕਹਿੰਦਾ ਨਹੀਂ, ਮੇਰੀ ਵਿਆਹ ਇਸ ਵੇਲੇ ਮੇਰੇ ਮੁਲਕ ਨਾਲ ਹੈ। ਉੱਥੋਂ ਆ ਕੇ ਰੈਵੋਲੂਸ਼ਨ ਕੀਤਾ, ਕੋਈ ਦੇਰ ਗਾਂਧੀ ਨਾਲ ਹੋਇਆ। 1922 ਜਦੋਂ ਖਤਮ ਹੋਈ ਉਹਦੀ ਸੱਤਾਗ੍ਰਹਿ ਵਿਡਰਾ ਕਰ ਲਈ। ਖੈਰ ਐਨੀਵੇ, ਜਦੋਂ ਸਾਂਡਰਸ ਆਇਆ ਉਹਦੀ ਕਮਿਸ਼ਨ ਦੇ ਵਿੱਚ ਤੇ ਲਾਲਾ ਲਾਜਪਤ ਮਾਰਿਆ ਗਿਆ, ਉਹ ਦੁੱਖ ਲੱਗਿਆ ਤੇ ਇਹਨਾਂ ਨੇ ਨਾ ਸੁਖਦੇਵ ਤੇ ਰਾਜਗੁਰੂ ਰਲ ਕੇ ਸਾਂਡਰਸ ਨੂੰ ਮਾਰ ਦਿੱਤਾ ਗੋਲੀ ਨਾਲ। ਉਦੋਂ ਇਹ ਬੜਾ ਸਟੋਰੀ ਚੱਲੀ। ਲੇਕਿਨ ਜਿਸ ਚੀਜ਼ ਤੇ ਮੈਂ ਫੋਕਸ ਕਰਨਾ ਚਾਹੁੰਦਾ ਉਹ ਇਹ ਸੀ 1928 ਦੀ ਗੱਲ, ਦਸੰਬਰ ਦੀ। ਲੇਕਿਨ ਅਗਲੇ ਸਾਲ 29 ਦੇ ਵਿੱਚ ਇਹਨੇ ਬਖਤੇਸ਼ਵਰ ਦੱਤ ਨਾਲ ਰਲ ਕੇ, ਭਗਤ ਸਿੰਘ ਤੇ ਦੱਤ ਨੇ ਦੋਨਾਂ ਰਲ ਕੇ ਪਾਰਲੀਮੈਂਟ ਚ ਗਏ। ਉੱਥੇ ਬੰਬ ਸੁੱਟਿਆ ਤੇ ਇਹਨੂੰ ਅਰੈਸਟ ਕਰ ਲਿਆ ਜੀ। ਤੇ ਬ੍ਰਿਟਿਸ਼ ਗਵਰਨਮੈਂਟ ਵਾਸ ਟ੍ਰਾਈਂਗ ਟੂ ਕੇਲ them ਕਿ ਟੈਰਰਿਸਟ ਨੇ। ਕੁਦਰਤੀ ਪਬਲਿਕਲੀ ਇਹਨਾਂ ਦੀ ਜਿਹੜੀ ਹੈ ਕੋਰਟ ਦੇ ਵਿੱਚ ਹੋਈ। ਉੱਥੇ ਭਗਤ ਸਿੰਘ ਨੇ ਇੱਕ ਸਪੀਚ ਦਿੱਤੀ, ਕਹਿੰਦਾ ਮੈਂ ਦੱਸਣਾ ਚਾਹੁੰਦਾ ਸਾਰੀ ਵਰਲਡ ਨੂੰ ਸਾਡੇ ਅੰਦਰ ਮਕਸਦ ਕੀ ਹੈ, ਸਾਡਾ ਏਮ ਕੀ ਹੈ। ਦੇਖੋ, ਅਸੀਂ ਬੰਬ ਸੁੱਟਿਆ, ਅਸੀਂ ਖਾਲੀ ਪੰਚਾਇਤ ਸੁੱਟਿਆ, ਕਿਸੇ ਨੂੰ ਮਾਰਨਾ ਚਾਹੁੰਦੇ ਸੀਗੇ। ਬ੍ਰਿਟਿਸ਼ ਗਵਰਨਮੈਂਟ ਨੂੰ ਟੈਰਰਿਸਟ ਕਹਿ ਰਹੀ ਸੀ, ਟੈਰਰਿਸਟ ਨਹੀਂ ਆਗੇ। ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਸਾਡਾ ਮੁਲਕ ਇਸ ਵੇਲੇ ਗੁਲਾਮ ਹੈ। ਸਾਡੇ ਫਾਰਮਰ ਦੀ ਕੀਤੀ ਹੋਈ ਕਪਾਸ ਸਾਰਾ ਕੁਛ ਇੱਥੋਂ ਲਿਆ ਕੇ ਸਾਰੇ ਫੈਕਟਰੀਆਂ ਬੰਦ ਕਰਕੇ ਪਾ ਗਈਆਂ, ਇੱਥੇ ਕੱਪੜੇ ਦੀਆਂ ਇੰਗਲੈਂਡ ਲੈ ਜਾਂਦੇ ਨੇ। ਸਾਡਾ ਖੂਨ ਤੱਕ ਹੀ ਨਾ ਜਦੋਂ ਬਦਲ ਕੇ ਬਾਬੇ ਆਏ, ਕੁੱਕੇ ਆਏ, ਸਭ ਨੂੰ ਮਾਰਿਆ। ਕਹਿੰਦੇ ਇਹ ਜਿਹੜਾ ਜ਼ੁਲਮ ਹੈ, ਇਹ ਜਿਹੜਾ ਗੁਲਾਮ ਹੈ, ਇਹ ਜਿਹੜੇ ਸਾਡੇ ਲੈ ਜਾਂਦੇ ਨੇ, ਅਸੀਂ ਇੱਥੋਂ ਆਜ਼ਾਦ ਕਰਨਾ ਚਾਹੁੰਦੇ ਹਾਂ। ਸਾਡਾ ਆਈਡੀਆ ਰੈਵੋਲੂਸ਼ਨ ਹੈ। ਮੈਂ ਸਾਰੀ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਟੈਰਰਿਸਟ ਨਹੀਂ ਹਾਂ। ਇਹਦੀ ਜੋ ਸਪੀਚ ਸੀ ਨਾ ਬੇਟੇ ਜੀ, ਉਹ ਆਊਟ ਹੋਣੀ ਚਾਹੀਦੀ ਹੈ, ਕਿਉਂਕਿ ਉਹ ਇੱਕ ਸਪੀਚ ਸੀ ਜਿਹਨੇ ਸਾਰੇ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਤੇ ਫਾਰਮਰਜ਼ ਨੂੰ ਹਲੂਣ ਕੇ ਰੱਖ ਦਿੱਤਾ। ਔਰ ਇਤਨਾ ਜ਼ਬਰਦਸਤ ਚੱਲਿਆ ਕਿ even he became more popular than Gandhi then in those days. ਇਤਨਾ ਹੋਇਆ। ਉਸ ਤੋਂ ਬਾਅਦ ਜਦੋਂ ਇਹ ਦੇਖਿਆ ਵੀ ਬ੍ਰਿਟਿਸ਼ ਵੀ ਘਬਰਾ ਗਏ, ਇਹ ਤੇ ਸਾਰਾ ਹਿੰਦੁਸਤਾਨ ਖੜਾ ਕਰਤਾ ਜੀ। ਔਰ ਇਸ ਕਰਕੇ ਤੁਹਾਨੂੰ ਬਾਕੀ ਸਾਰੀ ਪਤਾ ਹੈ, ਜਿਵੇਂ ਲਾਹੌਰ ਕਨਸਪੀਰੇਸ਼ਨ ਦੇ ਕੇਸ ਹੋਇਆ, ਸਾਰਾ ਹੋਇਆ ਕਿ 23 ਮਾਰਚ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਸਿੱਧ ਕਰਦੇ। ਪਰ ਲੇਕਿਨ ਦੇਖੋ, ਇੱਕ ਬੜੀ ਸੋਹਣੀ ਹਿਸਟੋਰੀਕਲ ਸੁਣਨ ਵਾਲੀ ਹੈਗੀ ਇੱਥੇ। ਹੀ ਵਾਸ ਸੋ ਵੈਲ ਰੈਡ। ਬਹੁਤ ਕਹਿੰਦੇ ਨਹੀਂ ਜੀ ਉਹ ਕਾਰਲ ਮਾਰਕਸ ਪੜ੍ਹਦਾ ਸੀ ਜਾਂ ਕੈਮਿਸਟ ਸੀਗਾ, ਕੋਈ ਕਹਿੰਦੇ ਕੁਛ ਕਹਿੰਦੇ ਨਹੀਂ। ਹੀ ਰੈਡ ਸੰਸਕ੍ਰਿਤ ਦੇ ਵਿੱਚ ਇਹਨੇ ਅੰਗਰੇਜ਼ੀ, ਦੇਖੋ 22 ਸਾਲ ਦਾ ਮੁੰਡਾ, ਇੰਨੀ ਆਰਟੀਕੂਲੇਟ ਸੀ ਅੰਗਰੇਜ਼ੀ ਦੀ। ਚਿੱਠੀ ਦੀ ਗ੍ਰੈਂਡਫਾਦਰ ਨੂੰ ਕਹਿੰਦਾ ਮੈਂ ਇਵਨ ਸੰਸਕ੍ਰਿਤ ਦੇ ਵਿੱਚ 150 ਚੋਂ 115 ਨੰਬਰ ਲਏ ਨੇ। ਹੀ ਵਾਸ ਵੈਲ ਰੈਡ। ਸਾਡਾ ਯੂਥ ਕਿਤਾਬਾਂ ਤੋਂ ਬਾਹਰ ਭੱਜ ਗਿਆ ਹੈਗਾ। ਔਰ ਇਹ ਅੰਦਰ ਇੱਕ ਐਸੀ ਅਕਲ ਸੀ, ਤੜਪ ਸੀ। ਤੇ ਇਸ ਕਰਕੇ ਜਦੋਂ ਉਹਦੀ ਮਦਰ ਬਲਕਿ ਮਿਲਣ ਆਉਂਦੀ ਹੈ, ਜਦੋਂ ਜੇਲ੍ਹ ਪਤਾ ਕੀ ਹੁੰਦਾ, ਬਾਹਰ ਚੱਲਦੀ ਹੈ, ਕੋਈ ਸਾਰੇ ਖੜੇ ਹੁੰਦੇ, ਬਾਹਰ ਇੱਕ ਬੰਦਾ ਸੀ ਝੁਕਦਾ, ਉਹ ਦੇਖ ਲੈਂਦੇ ਸੀ। ਉਹ ਝੁਕ ਕੇ ਉਹਦੀ ਮਾਂ ਦੇ ਪੈਰ ਨੂੰ ਮੱਥਾ ਟੇਕਦਾ ਵੀ ਹੈ ਤੂੰ ਐਸੇ ਪੁੱਤ ਨੂੰ ਜਨਮ ਦਿੱਤਾ। ਇਹ ਰੈਵੋਲੂਸ਼ਨ ਸੀਗੀ ਭਗਤ ਸਿੰਘ ਦੀ, ਜਿਹਨੇ ਇਨਕਲਾਬ ਕਹਿੰਦੇ ਆ, ਗੁਲਾਮੀ ਚੋਂ ਨਿਕਲਣ ਦੀ। ਇਸ ਵੇਲੇ ਵੀ ਹੈ ਪੰਜਾਬ ਦੇ ਯੂਥ, ਇਹ ਪੰਜਾਬ ਦੇ ਫਾਰਮਰ, ਤੁਸੀਂ ਬਿਲਕੁਲ ਗੁਲਾਮ ਹੋ, ਸ਼ਾਇਦ ਉਹ ਤੋਂ ਵੱਧ ਵੀ ਗੁਲਾਮ ਹੋ। ਤੁਸੀਂ ਉਹ ਅੰਦਰ ਇੰਸਪੀਰੇਸ਼ਨ ਪੈਦਾ ਕਰੋ ਭਗਤ ਸਿੰਘ ਵਾਲੀ। ਇਹ ਨਹੀਂ ਕਿ ਤੁਸੀਂ ਵਾਇਲੈਂਟ ਹੁੰਦਾ, ਉਹ ਵਾਇਲੈਂਟ ਨਹੀਂ ਸੀਗਾ, ਉਹਨੇ ਖੁਦ ਐਲਾਨ ਕੀਤਾ ਕਿ ਅਸੀਂ ਟੈਰਰਿਸਟ ਹਾਂ। ਤੇ ਇਸ ਕਰਕੇ ਇਸ ਵੇਲੇ ਮੌਕਾ ਹੈਗਾ ਸਾਨੂੰ ਉਧਰ ਦੇ ਕੇ ਪੜ੍ਹੋ, ਹੋਰ ਜ਼ਿਆਦਾ ਪੜ੍ਹੋ, ਔਰ ਦੇਖੋ ਵੀ ਕਿੱਥੇ ਕਿੱਥੋਂ ਅਸੀਂ ਉਤਾਰ ਕਰ ਸਕਦੇ ਹਾਂ, ਕਿੱਥੇ ਕਿੱਥੇ ਸਾਡੀ ਗਿਰਾਵਟ ਹੈ, ਕਿੱਥੇ ਕਿੱਥੇ ਨਿੱਘਰ ਗਏ ਹਾਂ ਅਸੀਂ ਡਰੱਗ ਦੇ ਵਿੱਚ। ਅਸੀਂ ਉੱਥੋਂ ਉੱਠੋ ਨੌਜਵਾਨੋ ਔਰ ਮੁਲਕ ਨੂੰ ਸੰਭਾਲੋ। ਕਿੱਥੇ ਕਿੱਥੇ ਫਾਰਮਰ ਲੁੱਟਿਆ ਜਾ ਰਿਹਾ, ਉੱਠੋ ਉੱਥੋਂ ਉਹਨਾਂ ਨੂੰ ਸੰਭਾਲੋ, ਖੜੇ ਕਰੋ। ਇਹ ਗੁਲਾਮ ਹੈ। ਇਹ ਚੀਜ਼ ਜਦੋਂ ਪੈਦਾ ਕਰਾਂਗੇ ਨਾ ਅਸੀਂ, ਤਾਂ ਭਗਤ ਸਿੰਘ ਦੀ ਰੀਅਲ ਲੈਗਸੀ ਜਾਏਗੀ। ਇਹਦੇ ਤੁਸੀਂ ਜਦੋਂ ਲਾਰਡ ਇਰਵਿਨ ਸੀ ਨਾ, ਉਹ ਤਾਂ ਗਾਂਧੀ ਨੂੰ ਕਿਹਾ ਤੂੰ ਕਹਿ ਇਹਨੂੰ ਮਾਫ ਕਰ ਦੇਣ ਜੀ। ਤੇ ਗਾਂਧੀ ਨੇ ਪਤਾ ਕੀ ਕਿਹਾ? ਰਿਲੀਜ਼ ਆਲ ਦੋਜ਼ ਪ੍ਰਿਜ਼ਨਰਸ, ਨਾਟ ਦੋਜ਼ ਹੂ ਵਰ ਵਾਇਲੈਂਟ। This is written history. All I'm telling you this thing is ਕਿ ਤੁਹਾਨੂੰ ਜ਼ਰੂਰ ਮਿਲਣਗੇ ਇਹੋ ਜਿਹੇ ਜਿਹੜੇ ਪੈਸੀਫਾਈ ਕਰਨਗੇ। No, he was inqalabi but not a violent person. He was a revolutionary person to get us out of slavery. Slavery of that where British used to take all farmers to Birmingham and that. Slavery out of that torture
ਐਕਸੈਸਿਵ ਥਿੰਗ ਜਿਹੜੀ ਸਾਡੇ ਨਾਲ ਹੋ ਰਹੀ। ਸੋ ਇਸ ਕਰਕੇ ਨਾ ਮੈਂ ਆਪਣੇ ਤਰਫ ਤੋਂ ਇਹ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਭਗਤ ਸਿੰਘ ਦੀ ਲੈਗੇਸੀ ਮਨਾਉਣੀ ਹੈ ਨਾ, ਤੇ ਯੂਥ ਨੂੰ ਕਹੋ ਉੱਠੋ, ਯੂਥ ਪੜ੍ਹੋ, ਔਰ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਨਿਗਾਹ 'ਚ ਲਿਆ ਰਹੀਆਂ ਉਹਨੂੰ ਪਰੇ ਮਾਰੋ, ਤੇ ਆਪਣੇ ਸੋਹਣੇ ਪੰਜਾਬ ਨੂੰ, ਜਿੱਥੇ ਕਲਗੀਧਰ ਦੇ ਸੁਮਾ ਦੀ ਕਿਤਾਬ ਲੱਗੀ, ਜਿੱਥੇ ਉਹ ਗੁਰੂ ਆਇਆ ਜਿਹਨੇ, ਜਿਵੇਂ ਕਹਿੰਦੇ ਨੇ ਨਾ ਕਿ महारंकत दीन सदाई योधा बने ने बेटे कदाई, जिनकी कुल मूडन सी कहा अखर बैत न जानता हाँ, पढ़ पढ़ पंडित ताहे बने तय समते ते न जाए कने। ओ गुरु ने तानू कित्थों चक के की सी गिरे हुई सी जमीर दी, कोई साड़ी जमीर गिर चुकी सन, कोई कोड़ तक नहीं खोलना सी, उन्होंने फड़ के कि ना गिरदड़ से शेर बनाए, बांस चाल दिखाए। उन्होंने ऐसे ऐसे किरती धर्मी ते रूहानी बंदे कीते, चढ़दी कला महाबली वाले, वो तुहाडी लेगेसी है जी, वो पैदा करो। और पाकिस्तान की तस्वीर, इसके मैं तो यही रिक्वेस्ट करांगा कि पाकिस्तान की लेगेसी यही है कि नौजवानों उठो, हिम्मत करो, और फार्मर्स अपने आप को भी तुसी उस गुलामी से कढो। मेरे कहना, मैं माफी चाहना, हो सकता मैं इमोशनल हो गया हूं। नहीं डॉक्टर साहब, नहीं बिल्कुल बिल्कुल ਤੁਸੀਂ ਮਾਫੀ ਬਿਲकुल ਨਹੀਂ ਮੰਗਣੀ ਇੱਥੇ। ਡਾਕਟਰ ਸਾਹਿਬ ਤੁਸੀਂ ਜਦੋਂ ਬੋਲਦੇ ਹੋ ਸਾਡੇ ਸਾਰਿਆਂ ਦੇ ਵਿੱਚ ਉਹ ਜੋਸ਼ ਜਾਗ ਪੈਂਦਾ ਹੈ ਜੋ ਕਿਤੇ ਨਾ ਕਿਤੇ ਖਾਮੋਸ਼ ਹੋ ਜਾਂਦਾ ਹੈ ਦਿਨ ਬਰ ਦਿਨ। ਬਟ ਡਾਕਟਰ ਸਾਹਿਬ ਤੁਸੀਂ ਨੌਜਵਾਨਾਂ ਦੀ ਖਾਸ ਕਰਕੇ ਗੱਲ ਕੀਤੀ, ਅੱਜ ਅਸੀਂ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਗੱਲ ਕਰ ਰਹੇ ਹਾਂ, ਇੱਥੇ ਮੈਂ ਇਸ ਉਮਰ ਤੇ ਥੋੜਾ ਜਿਹਾ ਫੋਕਸ ਕਰਨਾ ਚਾਹੁੰਦੀ ਹਾਂ। ਸਿਰਫ ਤਾਂ ਸਿਰਫ 23 years old ਉਹ ਸੀਗੇ, ਹਾਂਜੀ ਸਿਰਫ 23 ਸਾਲ ਦੇ ਸੀਗੇ ਜਦੋਂ ਉਹਨਾਂ ਨੂੰ ਫਾਂਸੀ ਤੇ ਚੜ੍ਹਾਤਾ। ਉਹਨਾਂ ਦਾ ਜੋ ਅਸੀਂ ਕਹਿ ਸਕਦੇ ਹਾਂ ਸਭ ਤੋਂ ਇਨਫਲੂਐਂਸ਼ੀਅਲ ਪੀਰੀਅਡ ਸੀਗਾ ਉਹ 19 ਸਾਲਾਂ ਦਾ ਸੀਗਾ। ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਇੱਥੇ ਖਾਸ ਕਰਕੇ ਮੈਂ ਵੀ ਇਸ ਗਿਣਤੀ ਦੇ ਵਿੱਚ, ਮੈਂ ਵੀ ਇੱਥੇ ਹੀ ਬੜੀ ਹੋਈ ਹਾਂ ਅਮਰੀਕਾ ਦੇ ਵਿੱਚ, ਇੱਥੇ ਦੇ ਕਦੀ ਕਵਾਰ ਬੱਚੇ 19-20 ਸਾਲਾਂ ਦੇ, ਉਹਨਾਂ ਦੀ ਪ੍ਰਾਇਓਰਿਟੀਜ਼ ਕੁਝ ਹੋਰ ਹੀ ਹੁੰਦੀਆਂ। ਉਹ ਸੋਚਦੇ ਨਹੀਂ ਹੈਗੇ ਕਿ ਸਾਡੇ ਵਿੱਚ ਕਿੰਨੀ ਪਾਵਰ ਹੈ, ਕਿੰਨੀ ਸਟਰੈਂਥ ਹੈ ਕਿ ਅਸੀਂ ਵੀ ਚੇਂਜ ਵੱਡੇ ਲੈਵਲ ਤੇ ਲੈ ਕੇ ਆ ਸਕਦੇ ਹਾਂ। ਉਹ ਸੋਚਦੇ ਕਿ ਅਸੀਂ ਤਾਂ ਬੱਚੇ ਹਾਂ, ਸਾਨੂੰ ਕਿਸੇ ਨੇ ਸੀਰੀਅਸਲੀ ਨਹੀਂ ਲੈਣਾ। ਉਹਨਾਂ ਬੱਚਿਆਂ ਨੂੰ, ਨੌਜਵਾਨਾਂ ਨੂੰ ਜੋ ਸ਼ਾਇਦ ਉਸ ਹੀ ਉਮਰ ਦੇ ਹੈਗੇ ਜਿਸ ਉਮਰ ਦੇ ਸ਼ਹੀਦ ਭਗਤ ਸਿੰਘ ਸੀਗੇ, ਜਦੋਂ ਉਹਨਾਂ ਨੇ ਸਭ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਆਪਣਾ ਪੀਰੀਅਡ ਵੇਖਿਆ, ਉਹ ਨੌਜਵਾਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਕੀ ਕਹੋਗੇ, ਕਿੰਨੀ ਕੁ ਪਾਵਰ ਹੈਗੀ ਉਹਨਾਂ ਦੇ ਕੋਲ ਅਸਲ ਦਾ ਚੇਂਜ ਲੈ ਕੇ ਆਉਣ ਦੀ? ਮੈਂ ਤੇ ਇੰਨਾ ਹੀ ਕਹਾਂਗਾ ਬੇਟਾ ਜੀ ਕਿ ਉਹ ਧਰਤੀ, ਉਹ ਨੌਜਵਾਨ ਜਿਨ੍ਹਾਂ ਦੇ ਕੋਲ ਇੰਨੀ ਰਿਚ ਹਾਂਜੀ ਜਿਨ੍ਹਾਂ ਦੇ ਕੋਲ ਇੰਨੀ ਰਿਚ ਲੈਗੇਸੀ ਹੈ, ਗੁਰੂਆਂ ਤੋਂ ਮਿਲੀ ਹੋਈ, ਸ਼ਹੀਦਾਂ ਤੋਂ ਮਿਲੀ ਹੋਈ, ਇਹਨਾਂ ਨੌਜਵਾਨਾਂ ਤੋਂ ਮਿਲੀ ਹੋਈ, ਉਹ ਐਡਾ ਤਕੜਾ ਵੱਡਾ ਖਜ਼ਾਨਾ ਹੈ। ਤੇ ਜੇ ਉਹ ਖਜ਼ਾਨੇ ਨੂੰ ਅਸੀਂ ਇਸਤੇਮਾਲ ਹੀ ਨਾ ਕੀਤਾ, ਉਸ ਖਜ਼ਾਨੇ ਨੂੰ ਪਛੁੱਟਾ, ਤੇ ਅੱਜ ਕੱਲ ਦੇ ਜਿਹਨੂੰ ਫੁੱਲ ਝੜੀਆਂ ਤੇ ਹਾਈ ਫਾਈਲ ਚੀਜ਼ਾਂ ਦੇ ਮਗਰ ਲੱਗੇ, ਇਸ ਤੋਂ ਬਿਨਾਂ ਸਾਡਾ ਫਿਰ ਕੁਝ ਨਹੀਂ ਬਣਨਾਗਾ। ਸਾਡਾ ਅਸੀਂ ਡਾਊਨ ਹਿਲ ਹੀ ਜਾਵਾਂਗੇ। ਅੱਜ ਇਸ ਵੇਲੇ ਮੌਕਾ ਹੈ, ਮੁੜ ਕੇ ਫੇਰ ਉੱਠੋ, ਆਪਣੇ ਆਪ ਨੂੰ ਸ਼ੇਕਅਪ ਕਰੋ, ਪਰ ਉੱਠੋ ਕਿ ਹੈ ਐਡੀ ਵੱਡੀ ਲੈਗੇਸੀ, ਤੇ ਅਸੀਂ ਇੰਨਾ ਆਪਣਾ ਦਿਲ ਢਾਈ ਬੈਠੇ ਹਾਂ। ਸਭ ਕੁਝ ਕਰ ਸਕਦੇ ਹੋ, everything is within your reach. This heritage is accessible to you. Get up and change the destiny of you and your country and your Punjab. Thank you very much. Thank you so much, Dr. Sukhmandir. Always a pleasure. मैं तो कहांगी always an insightful conversation. ते आज ना कि सिर्फ insightful सीगी, but inspiring सीगी। ਤੇ ਅੱਜ ਅਸੀਂ ਇਨਸਪਾਇਰ ਹੋ ਰਹੇ ਹਾਂ ਉਨ ਸ਼ਹੀਦਾਂ ਦੀ ਯਾਦ ਤੋਂ ਜਿਨ੍ਹਾਂ ਨੇ ਅਲਟੀਮੇਟ ਉਹ ਕੁਰਬਾਨੀ ਦਿੱਤੀ, ਆਪ ਦੀ ਜਾਨ ਦੀ ਕੁਰਬਾਨੀ ਦਿੱਤੀ। ਇਸ ਕਰਕੇ ਉਹਨਾਂ ਨੂੰ ਹਲੇ ਵੀ ਪੂਰੀ ਦੁਨੀਆ ਯਾਦ ਰੱਖਦੀ ਹੈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਜੋ ਸਾਡੇ ਕਾਲਰਸ ਹੋਲਡ ਤੇ ਵੇਟ ਕਰ ਰਹੇ ਆ, ਬੇਨਤੀ ਕਰ ਰਹੇ ਹਾਂ ਹੋਲਡ ਰੱਖਿਓ, ਬ੍ਰੇਕ ਤੋਂ ਬਾਅਦ ਤੁਹਾਡੀ ਕਾਲ ਚੁੱਕਦੇ ਹਾਂ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਲਾਈਵ ਪ੍ਰੋਗਰਾਮ ਦੇ ਵਿੱਚ। ਤੁਸੀਂ ਜੁੜੇ ਹੋ ਤੇ ਅਸੀਂ ਯਾਦ ਕਰ ਰਹੇ ਹਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਨੂੰ, ਰਾਜਗੁਰੂ ਨੂੰ, ਸੁਖਦੇਵ ਨੂੰ ਅੱਜ ਇਸ ਮਾਰਟਰਸ ਡੇ ਤੇ। ਬਟ ਉਹਨਾਂ ਦੀ ਲੈਗੇਸੀ ਕਿਸ ਤਰ੍ਹਾਂ ਅਸੀਂ ਨਾ ਕਿ ਸਿਰਫ ਅੱਜ ਜਿੰਦਾ ਰੱਖ ਰਹੇ ਹਾਂ, ਬਟ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਨੂੰ ਅੱਗੇ ਵਧਾ ਸਕਦੇ ਹਾਂ। ਖਾਸ ਕਰਕੇ ਉਹ ਨੌਜਵਾਨ, ਉਹ ਯੂਥ ਜਿਨ੍ਹਾਂ ਨੂੰ ਜ਼ਰੂਰ ਨਾ ਪਤਾ ਹੋਏ ਸ਼ਹੀਦ ਭਗਤ ਸਿੰਘ ਦਾ ਕੀ ਕੁਰਬਾਨੀ ਦਿੱਤੀ ਉਹਨਾਂ ਨੇ, ਕਿਉਂ ਇਹ ਕੁਰਬਾਨੀ ਮਾਇਨੇ ਰੱਖਦੀ ਹੈ।
ਬਟ ਉਸ ਲੈਗੇਸੀ ਨੂੰ ਅੱਜ ਐਕਸ਼ਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਕਨਵਰਟ ਕਰਨਾ ਹੈ, ਸ਼ਾਇਦ ਉਹਦੇ ਬਾਰੇ ਕੁਝ ਸਵਾਲ ਉੱਠ ਰਹੇ ਹੈ। ਆਮ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ, ਤੁਹਾਡੇ ਮੈਂ ਵਿਚਾਰ ਇਸ ਮੁੱਦੇ ਉੱਤੇ ਸੁਣਨਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਬੋਲ ਰਹੇ ਹੋ ਜੀ? ਤੇ ਮੈਂ ਖੁਰਾਨਾ ਬੋਲ ਰਿਹਾ ਤੋਂ ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਖੁਰਾਨਾ ਸਾਹਿਬ। ਮੈਂ ਡਾਕਟਰ ਸਾਹਿਬ ਤੇ ਤੁਹਾਡਾ ਧੰਨਵਾਦ ਕਰਨਾ ਕਿ ਡਾਕਟਰ ਸਾਹਿਬ ਨੇ ਇਹੋ ਜਿਹੜੀ ਜੋ ਗੱਲਾਂ ਸੁਣਾਈਆਂ ਨੇ ਸਾਨੂੰ, ਤੇ ਮੇਰੇ ਵਰਗੇ ਓਲਡ ਮੈਨ ਦੇ ਵਿੱਚ ਵੀ ਨਾ ਆਈ ਵਿਲ ਸੇ ਕਿ ਹਾਂ ਮੇਰੀ ਸਾਈਕਲ ਯੰਗ ਮੈਨ ਤੇ ਮੇਰੇ ਦੇ ਵਿੱਚ ਵੀ ਨਾ ਇੱਕ ਜੋਸ਼ ਭਰਾ ਹੈ। ਜੀ ਜੀ ਬਿਲਕੁਲ ਬਿਲਕੁਲ। ਹਾਂ ਤੇ ਮੈਂ ਕੁਝ ਕਹਿਣ ਵਾਸਤੇ ਕਹਿ ਰਿਹਾ, ਉਹ ਸ਼ਹੀਦ ਨੇ, ਉਹ ਸ਼ਹੀਦ ਹੀ ਨਹੀਂ ਸਨ, ਉਹ ਸ਼ਹੀਦ ਆਜ਼ਮ ਸਨ। ਜੀ ਸ਼ਹੀਦ ਆਜ਼ਮ, ਬਿਲਕੁਲ ਸਰ, ਬਿਲਕੁਲ। ਹਾਂ ਤੇ ਜਦੋਂ ਅਸੀਂ ਸ਼ਹੀਦ ਆਜ਼ਮ ਕਹਿੰਦੇ ਆ, ਦੇयर ਵਾਸ ਓਨਲੀ ਵਨ ਸ਼ਹੀਦ ਆਜ਼ਮ, ਦੈਟ ਵਾਸ ਭਗਤ ਸਿੰਘ ਜੀ। ਜੀ ਜੀ ਉਹਦੀ ਲੈਗੇਸੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ, ਉਹ ਰਾਜਗੁਰੂ ਸੁਖਦੇਵ ਜੀ, ਚੰਦਰ ਸ਼ੇਖਰ ਆਜ਼ਾਦ, ਜਿਹੜੇ ਹੋਰ ਉਸ ਵਕਤ ਦੇ ਜਿਹੜੇ ਰੈਵੋਲੂਸ਼ਨਰੀ ਸਨ, ਤੇ ਉਹਨਾਂ ਨੇ ਹਥਿਆਰ ਚੁੱਕੇ, ਡਿਫੈਂਸ ਓਫੈਂਸਿਵ ਵੀ ਹੋਏ ਤੇ ਡਿਫੈਂਸਿਵ ਵੀ ਹੋਏ। ਤੇ ਜਦੋਂ ਕੀ ਕਹਿੰਦੇ ਨੇ ਅਸੈਂਬਲੀ 'ਚ ਉਹਨਾਂ ਨੇ ਬੰਬ ਸੁੱਟਿਆ, ਤੇ ਉੱਥੋਂ ਫਿਰ ਬੰਬ ਸੁੱਟਣ ਤੋਂ ਬਾਅਦ ਉੱਥੋਂ ਦੌੜੇ ਨਹੀਂ ਉਸ ਪਖਤੜ ਵਿੱਚ। ਜੀ ਕਿੰਨੀ ਵੱਡੀ ਉਹ ਕਹਿੰਦੇ ਸਨ ਕਿ ਮੈਂ ਇਹਨਾਂ ਸੁੱਤਿਆਂ ਨੂੰ ਜਗਾਉਣਾ ਚਾਹਨਾ ਬੰਦਿਆਂ ਨੂੰ। ਉਹ ਦੌੜ ਸਕਦੇ ਸਨ ਜੀ, ਪਰ ਉਹ ਦੌੜੇ ਨਹੀਂ। ਹਾਂ ਤੇ ਸਾਡੀ ਇਹ ਤਰਾਸਦੀ ਇਹ ਹੈ ਕਿ ਜਦੋਂ ਕਿਸੇ ਨੇ ਉਹਨਾਂ ਨੂੰ, ਸਾਡੇ ਸੋ ਕਾਲਡ ਮਹਾਤਮਾ ਗਾਂਧੀ ਰਾਸ਼ਟਰਪਿਤਾ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਸ ਵਕਤ ਉਹਨਾਂ ਨੂੰ ਕਿਸੇ ਨੇ ਕਿਹਾ ਜੀ ਤੁਸੀਂ ਵਾਇਸਰਾਏ ਨੂੰ ਇਹਨਾਂ ਬੱਚਿਆਂ ਵਾਸਤੇ ਅਪੀਲ ਕਰੋ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਦਿਓ, ਉਮਰ ਕੈਦ ਦੇ ਦਿਓ। ਹੀ ਜਸਟ ਸਮਾਈਲਡ। ਇਹ ਗੁੰਮਰਾਹ ਹੋਏ ਨੇ ਬੱਚੇ, ਇਹਨਾਂ ਨੂੰ ਹਥਿਆਰ ਨਹੀਂ ਚੁੱਕਣੇ ਚਾਹੀਦੇ। ਇਹ ਸਾਡੀ ਤਰਾਸਦੀ ਹੈ। ਤੇ ਉਸ ਤਰਾਸਦੀ ਦੀ ਅੱਗੇ ਹੈਗੀ ਹੈ ਕਿ ਇਸ ਵਕਤ ਪਾਰਲੀਮੈਂਟ ਹਾਊਸ 'ਚ ਸ਼ਹੀਦ ਭਗਤ ਸਿੰਘ ਜੀ ਦੀ ਉੱਤੇ ਕੋਈ ਫੋਟੋ ਨਹੀਂ ਹੈਗੀ, ਜਿੱਥੇ ਤੱਕ ਮੈਨੂੰ ਕੋਈ ਨਹੀਂ, ਬੁੱਤ ਉੱਤੇ ਦੀ ਹੈਗਾ, ਫੋਟੋ ਨਹੀਂ ਹੈਗੀ। ਦੱਸੋ ਇਹ ਕੀ ਹੈ ਸਾਡੀ ਤਰਾਸਦੀ? ਮੈਂ ਆਪਣੇ ਨਵੇਂ ਚੀਫ ਮਿਨਿਸਟਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਹੁੰ ਚੁੱਕੀ ਉਹਨਾਂ ਦੇ ਪਿੰਡ ਤੇ ਜਾ ਕੇ ਜੀ, ਔਰ ਪੱਗਾਂ ਰੰਗ ਦੀਆਂ ਰੰਗਾਂ ਦੀ ਬਣਵਾਈਆਂ, ਇੱਕ ਰੰਗ ਦੀਆਂ ਬਣਵਾਈਆਂ ਜਿਹੜੇ ਭਗਤ ਸਿੰਘ ਨੂੰ ਯਾਦ ਕੀਤਾ ਉਹਨਾਂ ਨੇ। ਹਾਂਜੀ। ਤੇ ਹੁਣ ਉਹਨਾਂ ਨੇ ਇਹ ਕਿਹਾ ਅਸੈਂਬਲੀ ਵਿੱਚ 3 ਬੁੱਤ ਲੱਗਣਗੇ ਪੰਜਾਬ ਦੀ, ਜੀ, ਜਿਹਦੇ ਵਿੱਚ ਇੱਕ ਬੁੱਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਹੋਏਗਾ। ਜੀ ਜੀ ਦੇਖੋ, ਤੇ ਮੈਂ ਇਹ ਕਹਿਣਾ ਕਿ ਉਹ ਇਹਦਾ ਦੀ ਉਹਦੇ ਸੋਚ ਤੇ ਪਹਿਰਾ ਦੇਣਗੇ ਤੇ ਅੱਗੇ ਚੱਲਣਗੇ। ਆਈ ਵਿਸ਼ ਹਿਮ ਬੈਸਟ ਆਫ ਲੱਕ। ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਇੱਕੋ ਇੱਕ ਹੈਗਾ ਐਸਾ ਬੰਦਾ ਹੈਗਾ ਜਿਹੜਾ ਜਿਹਦੀ ਯਾਦ ਵਿੱਚ ਪਾਕਿਸਤਾਨ ਦੇ ਵਿੱਚ ਇੱਕ ਦਿਨ ਦੀ ਯਾਦ ਵਿੱਚ, ਉਹਨਾਂ ਦੀ ਯਾਦ ਵਿੱਚ ਪੂਰੀ ਛੁੱਟੀ ਹੁੰਦੀ ਹੈ। ਕਿੰਨੀ ਵੱਡੀ ਗੱਲ ਹੈ, ਕਿੰਨੀ ਵੱਡੀ ਗੱਲ ਹੈ। he is being honored, his legacy is being honored। ਕਿਉਂ ਕਹਿੰਦੇ ਨੇ ਉਹ ਜੇ ਇਹਦੀ ਸ਼ਹਾਦਤ ਸੀ ਤਦੇ ਤੇ ਪਾਕਿਸਤਾਨ ਬਣਿਆ। ਜੀ ਹੁਣ ਅਸੀਂ ਤੇ ਅਸੀਂ ਉਹਨਾਂ ਦੀ ਯਾਦ ਤੇ ਜਿਹੜੀ ਛੱਡ ਕੇ ਡਾਕਟਰ ਸਾਹਿਬ ਨੇ ਸਾਰਾ ਕੁਝ ਕਹਿ ਗਿਆ, ਸ਼ਕਲ ਭੇਜ ਸਕਦੇ। ਜਿਹੜੇ ਤੁਸੀਂ ਆ ਗਿਆ ਨਾ ਸ਼ਹੀਦ ਭਗਤ ਸਿੰਘ, ਜਿਹੜੇ ਆਪਣੇ ਪਿੱਛੇ ਐਡੀ ਵੱਡੀ ਸਾਰਾ ਵਿਰਾਸਤ ਛੱਡ ਕੇ ਗਏ ਹਨ, ਅਸੀਂ ਉਹਨੂੰ ਸਾਂਭੀਏ, ਆਪਣੇ ਯੂਥ ਨੂੰ, ਆਪਣੇ ਓਲਡ ਸਾਰਿਆਂ ਨੂੰ। ਉਹ ਨਾ ਪੰਜਾਬ ਦਾ ਜਿਹੜਾ ਕਿਹਾ ਸੀ ਵੀ ਇਹ ਤੇ ਪੰਜਾਬ ਬਣਾਤਾ, ਆਫ ਦੀ ਬਾਦਲ, ਫਾਰ ਦੀ ਬਾਦਲ ਐਂਡ ਬਾਈ ਦੀ ਬਾਦਲ ਕਰਤਾ ਸੀ। ਉਹ ਕਹਿੰਦੇ ਨੇ ਅੰਗਰੇਜ਼ੀ ਚ ਕਹਾਵਤ ਹੈ, ਯੂ ਕੈਨ make fool of some people for some time, you can make fool of all the people for some time, but you cannot make fool of all the people for all the time। Absolutely, thank you so much ਖੁਰਾਨਾ ਸਾਹਿਬ। ਕਿੰਨਾ ਕੁਝ ਤੁਸੀਂ ਕਹਿ ਗਏ, ਐਂਡ ਇਸ ਸਾਰੇ ਤੁਹਾਡੇ ਮੈਸੇਜ ਤੋਂ ਇੱਕ ਚੀਜ਼ ਸਭ ਤੋਂ ਮਤਲਬ ਸਾਡੇ ਜੋ ਦਿਲ ਨੂੰ ਛੂ ਗਈ ਉਹ ਇਹੀ ਹੈਗੀ ਕਿ ਉਸ ਵਿਰਾਸਤ ਨੂੰ ਸਾਨੂੰ ਸਾਂਭਣਾ ਹੈ। ਭਾਵੇਂ ਅਸੀਂ ਨੌਜਵਾਨ ਹਨ, ਭਾਵੇਂ ਅਸੀਂ ਬਜ਼ੁਰਗ ਹਨ, ਉਸ ਸੋਚ 'ਤੇ ਅਸੀਂ ਪਹਿਰਾ ਦੇਣਾ ਹੈ ਜਿਹਦੇ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਕੁਰਬਾਨੀ ਦੇ ਗਏ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
ਹਾਂਜੀ ਸਤਿ ਸ੍ਰੀ ਅਕਾਲ ਜੀ ਬੇਟਾ। ਸਤਿ ਸ਼੍ਰੀ ਅਕਾਲ। ਇੰਦਰਜੀਤ ਸਿੰਘ ਸਿੰਘ ਬੋਲੇ ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਇੰਦਰਜੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ। ਦੱਸੋ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਸ਼ਹੀਦ ਭਗਤ ਸਿੰਘ ਜੀ ਨੂੰ ਪਹਿਲੇ ਮੈਂ ਪ੍ਰਣਾਮ ਕਰਦਾ ਤਿੰਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਤੁਸੀਂ ਪ੍ਰੋਗਰਾਮ ਲਿਆਏ ਹੋ, ਤੁਸੀਂ ਵੀ ਤੁਹਾਨੂੰ ਵੀ ਮੁਬਾਰਕਬਾਦ ਹੈ ਕਿ ਤੁਸੀਂ ਇਸ ਚੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਰਹੇ ਹੋ। ਜੀ ਹੁਣ ਮੈਂ ਗੱਲ ਕਰਦਾ ਆਪਣੀ, ਜੀ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਬਾਰੇ 'ਚ ਕੀ ਕੁਛ ਕੀਤਾ ਤੇ ਕੀ ਕੁਛ ਨਹੀਂ ਕੀਤਾ। ਜੀ ਮੈਂ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਬੰਬੇ ਦੇ ਵਿੱਚ ਗੁਜ਼ਾਰਿਆ। ਜੀ ਉੱਥੇ ਇੱਕ ਸਿਟੀ ਬਣਿਆ ਸੀ ਬਾਅਦ 'ਚ ਨਿਊ ਬੰਬੇ, ਜੀ ਤੇ ਉਸ ਸਿਟੀ ਦੇ ਵਿੱਚ ਜਦੋਂ ਬਣਿਆ ਤੇ ਜੇ ਮੈਂ ਪੋਲਿਟਿਕਸ ਦੇ ਵਿੱਚ ਥੋੜਾ ਬਹੁਤਾ ਹੱਥ ਰੱਖਦਾ ਸੀ ਤੇ ਜਦੋਂ ਉੱਥੇ ਕਾਰਪੋਰੇਸ਼ਨ ਬਣੀ ਤੇ ਮੈਨੂੰ ਉੱਥੇ ਦੀ ਜਿਹੜੀ ਕਾਰਪੋਰੇਟਰ ਸੀ ਉਹ ਕਹਿਣ ਲੱਗੀ, ਭਾਈ ਸਾਹਿਬ ਤੁਸੀਂ ਮੇਰੀ ਬਹੁਤ ਹੈਲਪ ਕੀਤੀ ਹੈ, ਦੱਸੋ ਮੈਂ ਤੁਹਾਡੇ ਵਾਸਤੇ ਹੁਣ ਕੀ ਕਰ ਸਕਦੀ ਹਾਂ। ਮੈਂ ਕਿਹਾ ਜਿਹੜੀ ਆ ਸਾਡੀ ਕਲੋਨੀ ਦੀ ਮੇਨ ਹੈਗੀ ਹੈ ਨਾ ਰੋਡ, ਇਹਦਾ ਨਾਂ ਸ਼ਹੀਦ ਭਗਤ ਸਿੰਘ ਮਾਰਗ ਰੱਖਣਾ ਸੀ। ਵਾਹ ਤੇ ਵਾਹ ਜੀ ਉਹ ਵਾਹ। ਸ਼ਹੀਦ ਭਗਤ ਸਿੰਘ ਮਾਰਗ ਅਸੀਂ ਰੱਖਿਆ ਉਸ ਰੋਡ ਦਾ ਨਾਂ। ਜੀ ਜੀ ਤੇ ਬੜੀ ਸ਼ਾਨੋ ਸ਼ੌਕਤ ਨਾਲ ਬਹੁਤ ਮਤਲਬ ਪੂਰੇ ਦੁਨੀਆ ਦੀ ਸੈਲੀਬ੍ਰਿਟੀਜ਼ ਸੀਗੀਆਂ ਸਾਡੇ ਨਿਊ ਬੰਬੇ ਦੀਆਂ, ਕਮਿਸ਼ਨਰ ਆਫ ਪੁਲਿਸ ਹੋਰ ਵਗੈਰਾ ਬਹੁਤ ਸਾਰੇ ਆਏ। ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਤੇ ਉੱਥੇ ਦਾ MLA ਕਹਿਣ ਲੱਗਾ, ਇੰਦਰਜੀਤ ਸਿੰਘ ਤੂੰ ਐਡਾ ਵੱਡਾ ਪ੍ਰੋਗਰਾਮ ਕੀਤਾ, ਮੈਨੂੰ ਕਿਉਂ ਨਹੀਂ ਸੱਦਿਆ। ਜੀ ਤੇ ਇੱਕ ਤਾਂ ਇਹ ਕੰਮ ਕੀਤਾ ਸੀ। ਜੀ ਦੂਸਰਾ, ਜਦੋਂ ਮੈਂ ਅਮਰੀਕਾ ਦੇ ਵਿੱਚ ਆਇਆ ਤੇ ਮੈਂ ਕਿਹਾ ਵੀ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਕਿਤੇ ਮਿਲ ਜਾਏ। ਹਾਂਜੀ ਤੇ ਮੈਂ ਦੇਖਣਾ ਸ਼ੁਰੂ ਕੀਤਾ ਆਪਣੇ ਇੰਡੀਅਨ ਸਟੂਡੈਂਟਸ, ਸ਼ਹੀਦ ਭਗਤ ਸਿੰਘ ਦੀ ਫੋਟੋ ਮੈਂ ਲਿਆ ਕੇ ਤੇ ਆਪਣੇ ਘਰ ਲਾਈ ਹੈ ਤਾਂ ਕਿ ਮੇਰੇ ਬੱਚਿਆਂ ਮੇਰੇ ਪੋਤਿਆਂ ਨੂੰ ਵੀ ਪਤਾ ਰਹੇ ਕਿ ਸ਼ਹੀਦ ਭਗਤ ਸਿੰਘ ਜੀ ਬਾਰੇ। ਜੀ ਬਿਲਕੁਲ। ਤੇ ਤੀਸਰੀ ਚੀਜ਼ ਜਿਹੜੀ ਇਹ ਹੈਗੀ ਆ ਕਿ ਜਿਹੜੀ ਬੰਬੇ ਦੀ ਸਭ ਤੋਂ ਪੁਰਾਣੀ ਸੜਕ ਹੈ ਨਾ, ਸਭ ਤੋਂ ਅਮੀਰ ਲੋਕਾਂ ਦੀ ਸੜਕ ਹੈ, ਹਾਂਜੀ ਵਧੇਰੇ ਸਾਡੇ ਦਰਸ਼ਕਾਂ ਨੂੰ ਇਹ ਪਤਾ ਨਹੀਂ, ਉਹਦਾ ਨਾਂ ਸ਼ਹੀਦ ਭਗਤ ਸਿੰਘ ਮਾਰਗ। ਵਾਹ ਜੀ ਵਾਹ, ਕਿੰਨੀ ਵੱਡੀ ਗੱਲ ਹੈ, ਕਿੰਨੀ ਵੱਡੀ ਗੱਲ ਹੈ। ਹਾਂਜੀ। ਇੰਦਰਜੀਤ ਸਿੰਘ ਜੀ, ਮੈਂ ਤਾਂ ਇੱਥੇ ਇਹੀ ਕਹਾਂਗੀ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਤਸਵੀਰਾਂ ਜਦੋਂ ਅਸੀਂ ਲਗਾਉਂਦੇ ਹਾਂ ਆਮ ਆਪ ਦੀ ਦੀਵਾਰਾਂ ਤੇ, ਕੋਈ ਆਰਟ ਹੋਏ ਜਾਂ ਕੋਈ ਇਹੋ ਜਿਹੀ ਚੀਜ਼ ਹੋਏ ਜੋ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ, ਉਹਦੇ ਵਿੱਚ ਜ਼ਰੂਰ ਸਾਰੇ ਦਰਸ਼ਕਾਂ ਨੂੰ ਸਰਦਾਰ ਇੰਦਰਜੀਤ ਸਿੰਘ ਜੀ ਤੋਂ ਇਹ ਮੈਂ ਕਹਾਂਗੀ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਪਿਕਚਰ ਸ਼ਾਇਦ ਆਪ ਦੀ ਤਸਵੀਰਾਂ ਤੇ ਲਗਾਉਣੀ ਚਾਹੀਦੀ ਤਾਂ ਕਿ ਸਾਡੇ ਵੀ ਬੱਚਿਆਂ ਨੂੰ, ਪਰਿਵਾਰਾਂ ਨੂੰ ਪਤਾ ਹੋਏ ਕਿ ਅਸੀਂ ਕਿਹਨਾਂ ਨੂੰ ਉਸ ਅਹਿਮ ਇੱਕ ਪੈਡਸਟਲ ਤੇ ਰੱਖਦੇ ਹਾਂ, ਕਿ ਉਹਨਾਂ ਦੀ ਤਸਵੀਰ ਲਗਾਤਾਰ ਸਾਡੇ ਅੱਗੇ ਹੋਏ, ਉਹਨਾਂ ਦੀ ਸੋਚ ਸਾਡੇ ਅੱਗੇ ਹੋਏ, ਇੱਕ ਗਾਈਡਿੰਗ ਫੋਰਸ ਦੀ ਤਰ੍ਹਾਂ। ਦਰਸ਼ਕ ਜੋ ਸਾਡੇ ਹੋਲਡ ਤੇ ਹੈਗੇ, ਬੇਨਤੀ ਕਰਦੇ ਹਾਂ ਪਲੀਜ਼ ਹੋਲਡ ਰੱਖਿਓ। ਇੱਥੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀ ਕਾਲ ਚੁੱਕਾਂਗੇ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਹਾਂ ਲਾਈਵ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਤੇ ਅੱਜ ਅਸੀਂ ਉਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਕਹਿੰਦੇ ਅਲਟੀਮੇਟ ਸੈਕਰੀਫਾਈਸ ਦਿੱਤਾ, ਜਾਨ ਦੀ ਕੁਰਬਾਨੀ ਦਿੱਤੀ ਉਸ ਗੁਲਾਮ ਮੁਲਕ ਨੂੰ ਆਜ਼ਾਦ ਕਰਨ ਲਈ, ਜੋ ਸ਼ਾਇਦ ਪੂਰੀ ਤਰ੍ਹਾਂ ਜਾਂ ਚੰਗੀ ਤਰ੍ਹਾਂ ਯਾਦ ਵੀ ਨਹੀਂ ਰੱਖਦਾ, ਬਟ ਅਸੀਂ ਉਸ ਲੈਗੇਸੀ ਨੂੰ ਕਾਇਮ ਰੱਖ ਰਹੇ ਹਾਂ, ਅਸੀਂ ਉਸ ਸੋਚ ਤੇ ਪਹਿਰਾ ਦੇ ਰਹੇ ਹਾਂ। ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ। ਸੁਖਦੇਵ, ਰਾਜਗੁਰੂ, ਵੱਖ-ਵੱਖ ਕਾਲਰਸ ਨੇ ਹੋਰ ਸਾਡੇ ਨਾਲ ਆਪ ਦੇ ਮੈਸੇजेस ਸ਼ੇਅਰ ਕੀਤੇ, ਜਾਣਕਾਰੀਆਂ ਸ਼ੇਅਰ ਕੀਤੀਆਂ। ਡਾਕਟਰ ਸੁਖਮੰਦਰ ਸਿੰਘ ਜੀ ਨੇ ਕਿੰਨੀ ਡਿਟੇਲ ਦੇ ਵਿੱਚ ਸਾਨੂੰ ਕੁਝ ਚੀਜ਼ਾਂ ਦੱਸੀਆਂ ਉਸ ਸ਼ਹੀਦੀ ਬਾਰੇ ਜਿਹਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਕਾਲਰਸ ਵੀ ਸਾਡੇ ਨਾਲ ਜੁੜ ਚੁੱਕੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਸ਼ਮਸ਼ੇਰ ਰੰਧਾਵਾ ਬੋਲਦਾ ਮਲਵਾਕੀ ਤੋਂ। ਸਤਿ ਸ਼੍ਰੀ ਅਕਾਲ ਰੰਧਾਵਾ ਜੀ, ਲੌਂਗ ਟਾਈਮ ਤੁਹਾਡੇ ਨਾਲ ਗੱਲ ਨਹੀਂ ਹੋਈ, ਸੋ ਗਲੈਡ ਤੁਸੀਂ ਅੱਜ ਜੁੜੇ ਹੋ। ਕੀ ਕਹਿਣਾ ਚਾਹੋਗੇ? ਮੈਂ ਇਹ ਕਹੂੰਗਾ ਜੀ, ਜਦੋਂ ਵੀ ਕੋਈ ਨਵੀਂ ਪਾਰਟੀ ਬਣ ਲੱਗਦੀ ਹੈ ਜਾਂ ਬਣਦੀ ਹੈ ਜਾਂ ਕੋਈ ਵੀ ਪੋਲੀਟੀਸ਼ੀਅਨ ਹੈ ਜਿਹੜਾ ਜੀ, ਉਹ ਸਹੁੰ ਚੁੱਕਣ ਤੇ ਜਾਂਦੇ ਉੱਥੇ ਭਗਤ ਸਿੰਘ ਦੀ ਧਰਤੀ ਤੇ, ਜੀ। ਉਹਨਾਂ ਦੇ ਪਿੰਡ ਤੇ। ਹਾਂਜੀ, ਔਰ ਜੇ ਕੋਈ ਵੀ ਗਵਰਨਮੈਂਟ ਨੇ ਅੱਜ ਤੱਕ ਇਹਨਾਂ ਦੇ ਨਾਂ ਦਾ ਕੋਈ ਨਾ ਤਾਂ ਐਸੇ ਨਾ ਕੋਈ ਸਿਲੇਬਸ ਕੰਪਲਸਰੀ ਕੀਤਾ ਸਕੂਲਾਂ 'ਚ, ਜੇ ਇਹਨਾਂ ਦੀ ਪੂਰੀ ਜੀਵਨੀ ਵਾਸਤੇ ਇੱਕ ਇੱਦਾਂ ਦਾ ਸਿਲੇਬਸ ਹੋਵੇ ਜਿਹਦੇ 'ਚ ਬੱਚੇ ਪੜ੍ਹਨ ਵੀ ਕੀ ਕੀਤਾ, ਕਿੱਥੋਂ ਇਹਨਾਂ ਨੇ ਸ਼ੁਰੂ ਕੀਤਾ, ਕਿੱਥੇ ਜਾ ਕੇ ਇਹਨਾਂ ਦਾ ਮਿਸ਼ਨ ਕੀ ਸੀਗਾ। ਜੀ ਜੀ
ਸਾਰੀ ਇਨਫੋਰਮੇਸ਼ਨ ਦੇਣ ਵਾਸਤੇ ਸਕੂਲ ਦੇ ਵਿੱਚ ਅਗਰ ਆਦਮੀ ਪਾਰਟੀ ਨੇ ਸਹੁੰ ਚੁੱਕੀ ਹੈ ਇਹਨਾਂ ਦੇ ਪਿੰਡ ਜਾ ਕੇ ਜੀ ਤੇ ਉਹ ਪੂਰਾ ਇੱਕ ਸਿਲੇਬਸ ਬਣਾ ਕੇ ਸਕੂਲਾਂ ਦੇ ਵਿੱਚ ਲਾਉਣ। ਮੈਂ ਤਾਂ ਇੰਨਾ ਕਹੂੰਗਾ ਜੀ। ਥੈਂਕ ਯੂ। ਕਿੰਨੀ ਵੱਡੀ ਤੁਹਾਡੀ ਇਹ ਸੁਜੈਸ਼ਨ ਹੈ। ਉਹਦਾ ਕੰਪੇਅਰ ਤਾਂ ਨਹੀਂ ਕਰਨਾ ਚਾਹੀਦਾ, ਬਟ ਅਗਰ ਅਸੀਂ ਯੂਨਾਈਟਿਡ ਸਟੇਟਸ ਦੇ ਇਤਿਹਾਸ ਨੂੰ ਜਾਂ ਹਿਸਟਰੀ ਜੋ ਲੈਸਨਸ ਪੜ੍ਹਾਏ ਜਾਂਦੇ ਉਹਨੂੰ ਵੇਖੀਏ, ਕੋਈ ਐਗਜ਼ਾਮਪਲ ਲਈਏ, ਮਾਰਟਿਨ ਲੂਥਰ ਕਿੰਗ ਜੂਨੀਅਰ ਜੋ ਕਿ ਇੱਥੇ ਇੱਕ ਸਿਵਲ ਰਾਈਟਸ ਲੀਡਰ ਰਹੇ ਸੀ, ਅਫਰੀਕਨ ਅਮਰੀਕਨਸ ਦੀ ਆਵਾਜ਼ ਤੇ ਉਹਨਾਂ ਦੀ ਸਿਵਲ ਲਿਬਰਟੀਜ਼ ਲਈ ਉਹਨਾਂ ਨੇ ਕਿੰਨੀ ਲੜਾਈ ਲੜੀ ਤੇ ਆਪ ਦੀ ਤੁਸੀਂ ਕਹਿ ਲਓ ਆਪ ਦੀ ਸੈਕਰੀਫਾਈਸ ਜ਼ਿੰਦਗੀ ਦਾ ਵੀ ਦਿੱਤਾ, ਅਸੈਸੀਨੇਟ ਉਹ ਹੋਏ। ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਤੇ ਨਾ ਕਿ ਸਿਰਫ ਵੱਖ-ਵੱਖ ਸਿਲੇਬਸਿਸ ਪੜ੍ਹਾਏ ਜਾਂਦੇ ਆ, ਪੂਰਾ ਦਿਨ ਉਹਨਾਂ ਨੂੰ ਯਾਦ ਕਰਨ ਲਈ ਇੱਕ ਨੈਸ਼ਨਲ ਹੌਲੀਡੇ ਮਤਲਬ ਬੈਂਕ ਹੌਲੀਡੇ ਤੱਕ ਇਸ ਮੁਲਕ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਸ਼ਮਸ਼ੇਰ ਰੰਧਾਵਾ ਜੀ ਨੇ ਕਿਹਾ, ਇਸ ਚੀਜ਼ ਦੀ ਕਿਉਂ ਕਮੀ ਅੱਜ ਮਹਿਸੂਸ ਹੋ ਰਹੀ ਹੈ ਸਾਨੂੰ ਇੰਡੀਆ ਦੇ ਵਿੱਚ, ਜਿਸ ਇੰਡੀਆ ਦੀ ਦੇਣ ਹੈਗੀ ਉਸ ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਜਿਹਦੇ ਕਰਕੇ ਅੱਜ ਆਜ਼ਾਦ ਇੱਕ ਮੁਲਕ ਮੰਨਿਆ ਜਾਂਦਾ ਹੈ ਇੰਡੀਆ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ ਅਸ਼ਮਿਤਾ ਜੀ, ਮੈਂ ਗੁਰਦੀਪ ਸਿੰਘ ਸੰਦਰ ਬੋਲਦਾ ਜੀ। ਸਤਿ ਸ਼੍ਰੀ ਅਕਾਲ ਸੰਦਰ ਸਾਹਿਬ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ 'ਚ ਸਵਾਗਤ। ਕੀ ਕਹਿਣਾ ਚਾਹੋਗੇ? ਅਸ਼ਮਿਤਾ ਜੀ, ਮੈਂ ਬੁੱਤ ਬਣਾਉਣ ਦਾ ਵਿਰੋਧੀ ਨਹੀਂ ਆ, ਪਰ ਹੋਰ ਵੀ ਚੰਗਾ ਹੋਵੇਗਾ ਜੇ ਸ਼ਹੀਦ ਭਗਤ ਸਿੰਘ ਜੀ, ਬਾਬਾ ਅੰਬੇਦਕਰ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਵਾਂ ਉੱਪਰ 3 ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿੱਚ ਪਿੰਡਾਂ ਵਿੱਚ ਐਜੂਕੇਸ਼ਨ ਦਾ ਮਿਆਰ ਬਹੁਤ ਜ਼ਿਆਦਾ ਵਧੀਆ ਸੀ। ਹਾਂਜੀ। ਤੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਰਾਜ ਕਰਨ ਦੀ ਸੋਚੀ ਸੀ ਤਾਂ ਉਹਨਾਂ ਨੇ ਸੋਚਿਆ ਸੀ ਕਿ ਪਹਿਲਾਂ ਇਹਨਾਂ ਦੇ ਕਾਇਦੇ ਖਤਮ ਕਰੋ ਜੀ। ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਇੰਪੋਰਟੈਂਟ ਅੰਗਰੇਜ਼ਾਂ ਨੇ ਦਿੱਤੇ ਕਿ ਪੰਜਾਬ ਦੇ ਉੱਤੇ ਜੇ ਕਬਜ਼ਾ ਕਰਨਾ ਤੇ ਪਹਿਲਾਂ ਇਹਨਾਂ ਦੇ ਕਾਇਦੇ ਖੋ, ਯਾਨੀ ਇਹਨਾਂ ਦੀ ਪੜ੍ਹਾਈ ਖੋ ਜੀ, ਫਿਰ ਤੁਸੀਂ ਕਰ ਸਕਦੇ ਆ। ਸੋ ਉਹਦੇ ਲਈ ਬਾਬਾ ਅੰਬੇਦਕਰ ਜੀ ਵੀ ਕਿੰਨੇ ਲਾਇਕ ਸੀ, ਔਰ ਸਟੱਡੀ ਆਪਣੇ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਕਿਤਾਬਾਂ ਪੜ੍ਹਦੇ ਸੀ। ਇਹਨਾਂ ਦੇ ਚਾਚਾ ਜੀ ਜਿਹੜੇ ਸੀ ਉਹ ਸਾਰੇ, ਇਹਨਾਂ ਦਾ ਲਿਟਰੇਚਰ ਨਾਲ ਬਹੁਤ ਪਿਆਰ ਸੀਗਾ। ਸੋ ਜਦੋਂ ਤੁਸੀਂ ਕਿਸੇ ਨੂੰ ਦਬਾਣਾ ਆ, ਕਿਸੇ ਤੇ ਰਾਜ ਕਰਨਾ, ਤਾਂ ਉਹਦੀ ਐਜੂਕੇਸ਼ਨ ਖੋਲੋ। ਉਹ ਜਦ ਬੱਚੇ ਪੜ੍ਹੇ ਲਿਖੇ ਨਹੀਂ ਹੋਣਗੇ ਤੇ ਉਹ ਅੱਗੇ ਕਿੱਦਾਂ ਵਧਣਗੇ? ਸੋ ਸਾਨੂੰ ਇਹਨਾਂ ਨੂੰ ਚਾਹੀਦਾ ਕਿ ਬੁੱਤ ਦੇ ਨਾਲ ਨਾਲ ਇਹ ਵੀ ਕੰਮ ਕਰ ਦੇਣ, 3 ਯੂਨੀਵਰਸਿਟੀਆਂ ਖੋਲ ਦੇਣ ਜਾਂ 3 ਕੋਈ ਹਸਪਤਾਲ ਖੋਲ ਦੇਣ ਜਾਂ ਕੋਈ 3 ਹੋਰ ਚੀਜ਼ਾਂ ਕਰ ਦੇਣ। ਸਿਰਫ ਬੁੱਤ ਬਣਾਉਣ ਨਾਲ ਨਹੀਂ ਸੁਧਰਨਾ ਪੰਜਾਬ, ਇਹਦੇ ਨਾਲ ਨਾਲ ਇਹਨਾਂ ਨੂੰ ਕੁਝ ਕਰਨਾ ਵੀ ਪਵੇਗਾ। ਬਿਲਕੁਲ, ਐਬਸੋਲੂਟਲੀ ਸੰਦਰ ਸਾਹਿਬ, ਤੁਸੀਂ ਇੱਕ ਵਾਰੀ ਫਿਰ ਉਹੀ ਮੇਨ ਜੋ ਸਾਡਾ ਮੈਸੇਜ ਇਸ ਪ੍ਰੋਗਰਾਮ 'ਚ ਰਿਹਾ ਹੈ ਕਿ ਲਫ਼ਜ਼ਾਂ ਦੇ ਨਾਲ, ਪਿਕਚਰਾਂ ਦੇ ਨਾਲ, ਕਿਸੇ ਦੇ ਸਟੈਚੂ ਲਗਾਉਣ ਦੇ ਨਾਲ ਸਿਰਫ ਤਾਂ ਸਿਰਫ ਉਹ ਲੈਗੇਸੀ ਨਹੀਂ ਅਸੀਂ ਅੱਗੇ ਵਧਾ ਸਕਦੇ ਕਿ ਜੋ ਲੈਗੇਸੀ ਛੱਡ ਕੇ ਗਏ ਸਾਡੇ ਲਈ ਸ਼ਹੀਦ ਆਜ਼ਮ ਭਗਤ ਸਿੰਘ ਜੀ, ਜੋ ਸੋਚ ਦੀ ਲੈਗੇਸੀ ਸੀਗੀ, ਉਸ ਸੋਚ ਨੂੰ ਅੱਗੇ ਵਧਾਉਣ ਲਈ ਐਕਸ਼ਨ ਵੀ ਲੈਣਾ ਪੈਣਾ ਹੈ। ਇਸ ਤੋਂ ਕੀ ਵਧੀਆ ਐਕਸ਼ਨ ਹੋ ਸਕਦਾ ਹੈ ਕਿ ਬੱਚਿਆਂ ਨੂੰ ਅਸੀਂ ਪੜ੍ਹਾਈਏ ਲਿਖਾਈਏ, ਉਹਨਾਂ ਨੂੰ ਸੋਚਣ ਲਈ ਰੈਡੀ ਰੱਖੀਏ। ਬਿਕਾਜ਼ ਤੁਸੀਂ ਪੜ੍ਹ ਸਕਦੇ ਹੋ ਬਟ ਸੋਚਣਾ ਇੱਕ ਅਲੱਗ ਤਰ੍ਹਾਂ ਦੀ ਤੁਸੀਂ ਕਹਿ ਲਓ ਅਬਿਲਿਟੀ ਹੈਗੀ। ਇੱਥੇ ਹਮੇਸ਼ਾ ਅਸੀਂ ਕਹਿੰਦੇ ਹਾਂ ਡੋਂਟ ਜਸਟ ਲਰਨ ਟੂ ਰੀਡ, ਲਰਨ ਟੂ ਲਰਨ, ਸਿੱਖਣਾ ਸਿੱਖੋ। ਸੋ ਇਸ ਸੋਚ ਨੂੰ ਲੈ ਕੇ ਸੰਦਰ ਸਾਹਿਬ ਨੇ ਬਹੁਤ ਵਧੀਆ ਇੱਕ ਸੁਜੈਸ਼ਨ ਇੱਥੇ ਰੱਖੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਾਜ ਬੋਲ ਰਿਹਾ ਜੀ, ਅਸ਼ਮਿਤਾ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਨਿਊਯਾਰਕ ਤੋਂ। ਦੱਸੋ ਜੀ ਕੀ ਕਹਿਣਾ ਚਾਹੋਗੇ? ਮੈਂ ਬਹੁਤ ਅੱਛਾ ਤੁਸੀਂ ਜਿਹੜਾ ਲੈ ਕੇ ਆਏ ਪ੍ਰੋਗਰਾਮ ਅੱਜ ਦਾ, ਤੇ ਮੈਨੂੰ ਬੜੀ ਖੁਸ਼ੀ ਹੈ ਕਿ ਭਾਵੇਂ ਪੰਜਾਬ ਦੇ ਵਿੱਚ ਤਬਦੀਲੀ ਹੋਈ ਹੈ ਪੋਲੀਟਿਕਸ ਦੀ, ਦੋਨੋਂ ਪਾਰਟੀਆਂ ਦਾ ਅੱਗੇ ਰਾਜ ਹੁੰਦਾ ਸੀ, ਕਦੀ ਸ਼ਹੀਦ ਭਗਤ ਸਿੰਘ ਦੇ ਬਾਰੇ ਕੋਈ ਸੋਚ ਨਹੀਂ ਸਕਦਾ ਸੀ। ਹੁਣ ਆਪ ਦੀ ਪਾਰਟੀ ਆਈ, ਐਟਲੀਸਟ ਆਪਣੇ ਜਿਹੜੇ ਜੁਝਾਰੂ ਜਿਹੜੇ ਹੋਏ ਹੈ, ਜਿਨ੍ਹਾਂ ਨੇ ਆਜ਼ਾਦੀ ਦਵਾਈ ਹੈ, ਇਨਕਲਾਬ ਲਿਆਂਦਾ ਹੈ, ਉਹਨਾਂ ਦੀ ਗੱਲ ਹੋ ਰਹੀ ਹੈ। ਤੇ ਬੜੀ ਖੁਸ਼ੀ ਹੈ ਦੀ ਗੱਲ ਹੈ ਕਿ ਮੇਰੇ ਖਿਆਲ 'ਚ ਕਟਕੜ ਕਲਾਂ ਜਿੱਥੇ ਹੁਣ ਉਹਨਾਂ ਨੇ ਸਹੁੰ ਚੁੱਕੀ ਸੀ, ਕੋਸ਼ਿਸ਼ ਕਰੀਏ ਕਿ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਉਸ ਨੂੰ ਸਮਾਰਟ ਸਿਟੀ ਬਣਾਇਆ ਜਾਵੇ ਤੇ ਨਸ਼ੇ ਤੋਂ ਪਰੇ ਹਟ ਕੇ ਉੱਥੇ ਹਰ ਚੀਜ਼ਾਂ ਮਤਲਬ ਕਿ ਅਵੇਲੇਬਲ ਹੋਣ। ਰੇਲਵੇ ਸਟੇਸ਼ਨ ਵੀ ਬਣ ਜਾਵੇ, ਜੇ ਹੋ ਸਕੇ ਤਾਂ ਬੱਸ ਸਟੈਂਡ ਤਾਂ ਹੋਣਾ ਹੀ ਹੈ, ਲੇਕਿਨ ਏਅਰਪੋਰਟ ਤੱਕ ਮਤਲਬ ਕਿ ਮੈਕਸੀਮਮ ਉਸ ਸ਼ਹਿਰ ਨੂੰ, ਉਸ ਜਗ੍ਹਾ ਨੂੰ ਹੋਰ ਵਧੀਆ ਤੋਂ ਵਧੀਆ ਬਣਾਇਆ ਜਾਵੇ ਤਾਂ ਦੁਨੀਆ ਨੂੰ ਪਤਾ ਚੱਲੇ ਜੀ। ਔਰ ਸਭ ਤੋਂ ਜ਼ਰੂਰੀ ਗੱਲ ਜਿਹੜੀ ਚੀਜ਼ ਹੈ, ਇਤਿਹਾਸ ਦੇ ਵਿੱਚ ਸਾਡੇ ਭਗਤ ਸਿੰਘ ਦੀ ਜਗ੍ਹਾ ਬਿਲਕੁਲ ਗਾਇਬ ਕੀਤੀ ਹੈ। ਉਹਨਾਂ ਨੇ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਇਤਿਹਾਸ ਦੇ ਵਿੱਚ, ਜੋ ਪਾਇਆ ਜਾਵੇ ਬੱਚਿਆਂ ਨੂੰ ਪਤਾ ਦੱਸਿਆ ਜਾਵੇ
ਪੂਰੇ ਆਪਣੇ ਪੰਜਾਬ ਦੇ ਵਿੱਚ ਨਹੀਂ, ਪੂਰੇ ਇੰਡੀਆ ਵਿੱਚ, ਪੂਰੀ ਇੰਡੀਆ ਨੂੰ ਉਹਨਾਂ ਨੇ ਆਜ਼ਾਦੀ ਦਵਾਈ ਸੀ। ਬਿਲਕੁਲ। ਤੇ ਸਾਰੇ ਇੰਡੀਆ ਦੇ ਵਿੱਚ ਉਹਨਾਂ ਦੇ ਅੱਜ ਦੇ ਦਿਨ ਦੀ ਛੁੱਟੀ ਹੋਣੀ ਚਾਹੀਦੀ ਹੈ, ਮੇਰਾ ਸੋਚਣਾ ਹੈ। ਐਬਸੋਲੂਟਲੀ, ਥੈਂਕ ਯੂ ਸੋ ਮਚ ਰਾਜ ਸਾਹਿਬ। ਮਾਫੀ ਮੰਗਦੇ ਹਾਂ ਜੋ ਕਾਲਰਸ ਦੇ ਨਾਲ ਨਹੀਂ ਗੱਲ ਕਰ ਸਕੇ, ਸਮਾਂ ਸਾਡੇ ਕੋਲ ਇੱਥੇ ਜ਼ਿਆਦਾ ਨਹੀਂ ਰਹਿ ਗਿਆ। ਮੈਂ ਜਾਂਦੇ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ, ਪਾਰਟੀਜ਼ ਦੀ ਬਹੁਤ ਗੱਲ ਹੁੰਦੀ ਹੈ, ਸਰਕਾਰਾਂ ਦੀ ਗੱਲ ਹੁੰਦੀ ਹੈ। ਸਰਕਾਰਾਂ ਦਾ ਕੰਮ ਹੈਗਾ ਕਾਨੂੰਨ ਬਣਾਉਣਾ ਤੇ ਉਹਨਾਂ ਨੂੰ ਲਾਗੂ ਰੱਖਣਾ ਜਨਤਾ ਉੱਤੇ। ਬਟ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਅੱਜ ਗੱਲ ਕਰ ਰਹੇ ਹਾਂ, ਸੋ ਮੈਂ ਉਹਨਾਂ ਦੇ ਕੁਝ ਲਫ਼ਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਉਹ ਬਹੁਤ ਲਿਖਦੇ ਸੀ, ਮੈਨੂੰ ਉਹਨਾਂ ਨੇ ਇਹੀ ਕਿਹਾ ਕਿ ਜੋ ਕਾਨੂੰਨ ਹੈਗਾ ਉਹ ਤਦ ਹੀ ਲਾਗੂ ਹੋ ਸਕਦਾ ਹੈ ਅਗਰ ਉਹ ਕਾਨੂੰਨ ਲੋਕਾਂ ਦੀ ਮਰਜ਼ੀ, the expression of the will of the people, ਉਸ ਉੱਤੇ ਪੈਰਾ ਦਿੰਦਾ ਹੈ। ਜਦੋਂ ਉਹ ਕਾਨੂੰਨ ਲੋਕਾਂ ਦੀ ਮਰਜ਼ੀ, the will of the people, ਜੋ ਚੀਜ਼ਾਂ ਜਨਤਾ ਨੂੰ ਬੈਨੀਫਿਟ ਕਰਦੀਆਂ ਹੈ, ਉਸ ਚੀਜ਼ ਤੋਂ ਪਰੇ ਹੋ ਜਾਂਦਾ ਹੈ, ਉਹ ਕਾਨੂੰਨ ਨਹੀਂ ਰਹਿ ਜਾਂਦਾ, ਉਹ ਹਕੂਮਤ ਬਣ ਜਾਂਦੀ ਹੈ, ਟਿਰਨੀ ਬਣ ਜਾਂਦੀ ਹੈ। ਸੋ ਅੱਜ ਜਦੋਂ ਅਸੀਂ ਉਸ ਸੋਚ ਦੀ ਗੱਲ ਕਰ ਰਹੇ ਹਾਂ, ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਦੇ ਉੱਤੇ ਗੱਲ ਕਰ ਰਹੇ ਹਾਂ, ਸਾਨੂੰ ਇਸ ਚੀਜ਼ 'ਤੇ ਵੀ ਥੋੜ੍ਹੀ ਸੋਚ ਪਾਉਣੀ ਚਾਹੀਦੀ ਹੈ ਕਿ ਉਹ ਕਾਨੂੰਨ ਕਿਸ ਫਾਇਦੇ ਦੇ ਹੈਗੇ ਅਗਰ ਉਹ ਕਾਨੂੰਨ ਲੋਕਾਂ ਦੇ ਖਿਲਾਫ, ਲੋਕਾਂ ਨੂੰ ਦਬਾਉਣ ਲਈ ਇਸਤੇਮਾਲ ਹੁੰਦੇ, ਉਹ ਫਿਰ ਕਾਨੂੰਨ ਥੋੜ੍ਹੀ ਨਾ ਰਹੇ, ਉਹ ਫਿਰ ਸਰਕਾਰ ਥੋੜ੍ਹੀ ਨਾ ਰਹੀ। ਸ਼ਾਇਦ ਇਸ ਉੱਤੇ ਸਾਨੂੰ ਥੋੜ੍ਹੀ ਜਿਹੀ ਹੋਰ ਸੋਚ ਪਾਉਣੀ ਚਾਹੀਦੀ ਹੈ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ ਸਾਡੇ ਜੋ ਗੈਸਟ ਡਾਕਟਰ ਸੁਖਮੰਦਰ ਸਿੰਘ ਜੀ ਸਾਡੇ ਨਾਲ ਜੁੜੇ, ਜੋ ਹੋਰ ਵਿਚਾਰ ਅੱਜ ਸਾਂਝੇ ਕੀਤੇ ਗਏ, ਇਨ ਸਾਰੀ ਚੀਜ਼ਾਂ ਉੱਤੇ ਤੁਹਾਡੇ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।